ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਮੋਹਿਤ ਰੂਬਲ ਮੈਂ ਜਤਿੰਦਰ ਸਿੰਘ ਖਹਿਰਾ ਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਮੁੱਦਾ ਵੇਖਣ ਵਾਲੇ ਸਾਰੇ ਦੋਸਤਾਂ ਤੋਂ ਮੈਂ ਉਮੀਦ ਕਰਦਾ ਕਿ ਸਾਰੇ ਠੀਕ ਠਾਕ ਨੇ, ਚੜ੍ਹਦੀ ਕਲਾ 'ਚ ਨੇ ਤੇ ਪੂਰੇ ਜੋਸ਼ੋ ਖਰੋਸ਼ ਦੇ ਨਾਲ ਆਪਣੇ ਘਰਾਂ ਵਿੱਚ ਜਿੱਥੇ ਵੀ ਦੁਨੀਆ ਦੇ ਤਮਾਮ ਕੋਨਿਆਂ 'ਚ ਬੈਠੇ ਹੋਏ ਨੇ ਬਿਲਕੁਲ ਆਨੰਦ ਮਾਣ ਰਹੇ ਨੇ ਤੇ ਕਿਸਾਨਾਂ ਨੂੰ ਆਪਣੇ ਆਪਣੇ ਥਾਵਾਂ ਤੋਂ ਸਪੋਰਟ ਕਰ ਰਹੇ ਨੇ। ਖੈਰ ਸਾਹਿਬ, ਅੱਜ 1 ਫਰਵਰੀ ਹੈ ਤੇ ਸਰਕਾਰ ਦੀ ਇੱਕ ਪਲੈਨਿੰਗ ਹੁੰਦੀ ਹੈ ਕਿ ਬਜਟ ਸੈਸ਼ਨ ਚੱਲ ਰਿਹਾ ਹੈ ਨਾ, ਬਜਟ ਪੇਸ਼ ਕਰਨਾ ਹੈ ਕਿ ਭਾਰਤ ਵਿੱਚ ਇਸ ਸਾਲ ਆਪਾਂ ਕਿਵੇਂ ਕਿਵੇਂ ਪੈਸੇ ਇਨਵੈਸਟ ਕਰਨੇ ਨੇ। ਅਲੱਗ-ਅਲੱਗ ਸੈਕਟਰਾਂ ਨੂੰ ਕੁਝ ਪੈਸੇ ਅਲਾਉਟ ਕੀਤੇ ਜਾਂਦੇ ਨੇ ਜੋ ਕਿ ਬਜਟ ਅਸੀਂ ਆਖਦੇ ਹਾਂ। ਸੋ ਬਜਟ ਤੋਂ ਕਾਫੀ ਉਮੀਦਾਂ ਰੱਖੀ ਜਾ ਰਹੀਆਂ ਆਮ ਵਿਅਕਤੀ ਵੱਲੋਂ ਕਿ ਕੀ ਹੋ ਸਕਦਾ ਇਸ ਬਜਟ ਦੇ ਵਿੱਚ, ਪਰ ਖਾਸ ਤੌਰ ਤੇ ਵੇਖਣ ਵਾਲੀ ਗੱਲ ਹੋਵੇਗੀ ਕਿ ਇਸ ਕਰੋਨਾ ਕਾਲ ਦੇ ਵਿੱਚ ਪਹਿਲਾ ਬਜਟ ਹੈ। ਕਾਫੀ ਚੀਜ਼ਾਂ ਤਬਦੀਲੀਆਂ ਪਹਿਲਾਂ ਵੀ ਇਹਨਾਂ ਨੇ ਲਿਆ ਦਿੱਤੀਆਂ ਕਿ ਬਈ ਅਸੀਂ ਜਿਹੜਾ ਬਈ ਖਾਤਾ ਉਹਦੇ ਥਰੂ ਅਸੀਂ ਬਜਟ ਪਾਸ ਨਹੀਂ ਕਰਾਂਗੇ, ਫਿਰ ਕਾਗਜ਼ਾਂ ਦੇ ਰਾਹੀਂ ਨਹੀਂ ਅਸੀਂ ਪੇਸ਼ ਕਰਾਂਗੇ, ਡਿਜੀਟਲੀ ਇਸ ਵਾਰ ਪਹਿਲੀ ਵਾਰੀ ਟੈਬਲੇਟ ਦੇ ਥਰੂ ਬਜਟ ਪਾਸ ਹੋਣ ਜਾ ਰਿਹਾ ਹੈ। ਨਿਰਮਲਾ ਸੀਤਾਰਮਨ ਜੋ ਦੇਸ਼ ਦੇ ਫਾਈਨਾਂਸ ਮਿਨਿਸਟਰ ਨੇ, ਤੀਸਰੀ ਵਾਰ ਬਜਟ ਪੇਸ਼ ਕਰਨਗੇ ਤੇ ਪਿਛਲੀ 2 ਵਾਰ ਤਾਂ ਉਹਨਾਂ ਨੇ ਜਿਹੜੀ ਉਹਨਾਂ ਦੀ ਸਪੀਚ ਸੀਗੀ 1.5 ਤੋਂ 2 ਘੰਟੇ ਦੀ ਸਪੀਚ ਸੀਗੀ ਜਿਸ ਵਿੱਚ ਅਲੱਗ-ਅਲੱਗ ਲੈਂਗੁਏਜ ਦੇ ਵਿੱਚ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਐਦਾਂ ਲੱਗ ਰਿਹਾ ਸੀਗਾ ਕਿ ਜਿਵੇਂ ਇੱਕ ਨਿੱਕੀ ਜਿਹੀ ਗੱਲ ਕਹੀ ਆ ਉਹਨੂੰ ਐਕਸਪਲੇਨ ਕਰਨ ਨੂੰ 1.5 ਘੰਟਾ ਲਗਾ ਦਿੱਤਾ। ਸੋ ਅੱਜ ਦੇ ਬਜਟ ਤੋਂ ਕਾਫੀ ਉਮੀਦਾਂ ਹੋਣਗੀਆਂ, ਪਰ ਲੋਕਾਂ ਦੀ ਮੇਨ ਜਿਹੜੀ ਫੋਕਸ ਰਹੇਗਾ ਕਿ ਕਿਸਾਨਾਂ ਦੇ ਲਈ ਇਹਨਾਂ ਨੇ ਕੀ ਕੁਝ ਕੀਤਾ, ਕਿਉਂਕਿ ਕਿਸਾਨਾਂ ਦੇ ਨਾਲ ਜਿਹੜਾ ਅੰਦੋਲਨ ਚੱਲ ਰਿਹਾ 67-68 ਦਿਨ ਜਿਹੜੇ ਹੋ ਚੁੱਕੇ ਨੇ, ਉਹਨਾਂ ਬਾਰੇ ਕੁਝ ਖਾਸ ਗੱਲ ਕਰਨਗੇ ਜਾਂ ਨਹੀਂ ਕਰਨਗੇ, ਉਹਦੇ ਬਾਰੇ ਖਾਸ ਦੇਖਣਾ ਪਵੇਗਾ ਸਾਰਿਆਂ ਨੂੰ। ਪਹਿਲਾਂ ਤਾਂ ਮੋਹਿਤ ਜੀ, ਜਿਹੜਾ ਤੁਸੀਂ ਕਹਿੰਦੇ ਹੋ ਕਿ ਉਮੀਦਾਂ ਬਹੁਤ ਨੇ, ਉਮੀਦਾਂ ਹਰ ਵਾਰੀ ਹੁੰਦੀਆਂ ਨੇ, ਫਿਰ ਉਹ ਸ਼ਾਮ ਤੱਕ ਉਮੀਦਾਂ ਢਹਿ ਜਾਂਦੀਆਂ ਨੇ ਜਦੋਂ ਲੋਕ ਉਹ ਬਜਟ ਪੜ੍ਹ ਲੈਂਦੇ ਨੇ। ਸੋ ਇਹ ਦੂਸਰੀ ਵਾਰ ਆ ਜਿਹੜਾ ਬਜਟ ਪ੍ਰਿੰਟ ਨਹੀਂ ਹੋ ਰਿਹਾ। ਪਹਿਲੀ ਵਾਰ 1947 ਦੇ ਵਿੱਚ ਬਜਟ ਪ੍ਰਿੰਟ ਨਹੀਂ ਸੀ ਹੋਇਆ, ਹੁਣ ਇਹ ਦੂਸਰੀ ਵਾਰ ਹੈ ਕਿ ਬਜਟ ਪ੍ਰਿੰਟ ਨਹੀਂ ਹੋਇਆ। ਫਿਰ ਪ੍ਰਿੰਟ ਨਾ ਹੋਣਾ ਜਾਂ ਹੋਣਾ ਉਹਦੀ ਚਲੋ ਵੱਡੀ ਗੱਲ ਕੋਈ ਨਹੀਂ ਜੀ, ਪਰ ਵੱਡੀ ਗੱਲ ਇਹ ਹੈਗੀ ਆ ਕਿ ਇਹ ਪੂਰਾ ਸਾਲ ਰਿਸੈਸ਼ਨ ਦੇ ਵਿੱਚ ਹੈ। ਤੇ ਇਹ ਹਿਸਟਰੀ ਫੋਲ ਕੇ ਦੇਖਿਓ ਕਿ ਇਸ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ 3 ਸਾਲ ਪਹਿਲਾਂ 3 ਵਾਰੀ ਜਿਹੜਾ ਬਜਟ ਸੀਗਾ ਉਹ ਰਿਸੈਸ਼ਨ ਦੇ ਵਿੱਚ ਜਿਹੜਾ ਹੈ ਪੇਸ਼ ਕੀਤਾ ਗਿਆ, ਪਰ ਉਸ ਤੋਂ ਬਾਅਦ ਇੱਕ ਸਾਲ ਦਾ ਰਿਸੈਸ਼ਨ ਰਿਹਾ ਔਰ ਦੂਸਰੇ ਸਾਲ ਉਹ ਰਿਸੈਸ਼ਨ ਬਦਲ ਗਿਆ। ਹੁਣ ਦੇਖਣ ਵਾਲੀ ਗੱਲ ਹੈ ਕਿ ਇਸ ਸਾਲ ਜਿਹੜਾ ਰਿਸੈਸ਼ਨ ਹੈ ਉਹ ਕਿਵੇਂ ਬਦਲਦਾ ਹੈ, ਕੀ ਨਵੇਂ ਪਲਾਨ ਆਉਂਦੇ ਨੇ, ਕੀ ਕੀਤਾ ਜਾਂਦਾ ਹੈ। ਜਿਹੜੀ ਹੁਣ ਉੱਥੇ ਤਕਰੀਰ ਸ਼ੁਰੂ ਹੋ ਗਈ ਹੈ ਲੋਕ ਸਭਾ ਦੇ ਵਿੱਚ, ਨਿਰਮਲਾ ਸੀਤਾਰਮਨ ਸਾਡੇ ਇਕਨੋਮੀ ਮਿਨਿਸਟਰ ਨੇ, ਉਹ ਪੇਸ਼ ਕਰ ਰਹੇ ਨੇ ਬਜਟ, ਤੇ ਉਹਨਾਂ ਨੇ ਬਜਟ ਦੇ ਵਿੱਚ ਹਲੇ ਤੱਕ ਜਿਹੜੀ ਸਾਡੇ ਕੋਲੇ ਖਬਰ ਹੈ ਉਹਦੇ ਵਿੱਚ ਲਿਖਿਆ ਹੈ ਕਿ 13% ਜਿਹੜਾ GDP ਦਾ ਹੈ ਉਹਨੂੰ ਅਸੀਂ ਜਿਹੜਾ ਇੱਕ ਰਾਹਤ ਪੈਕੇਜ ਦੇ ਤੌਰ ਤੇ, ਕਰੋਨਾ ਰਾਹਤ ਪੈਕੇਜ ਤੌਰ ਤੇ ਦੇਵਾਂਗੇ 13% ਆਫ GDP। ਸੋ ਅੱਗੇ ਵੀ ਇਹਨਾਂ ਨੇ GDP 'ਚ ਘੁਮਾ ਦਿੱਤਾ ਆਮ ਲੋਕਾਂ ਨੂੰ। ਇੱਕ ਫੁੱਲ ਫਲੇਜ ਜਦੋਂ ਤੁਸੀਂ ਦੇਖਿਆ ਸੀ ਸਾਡੇ ਕੋਲੇ ਰਾਹਤ ਪੈਕੇਜ ਆਉਂਦਾ ਹੈ ਜਿਹਦੇ ਵਿੱਚ ਸਟੇਟ ਮਿਨਿਸਟਰ ਸੀਗੇ ਫਾਈਨੈਂਸ ਦੇ ਅਨੁਰਾਗ ਠਾਕੁਰ ਤੇ ਨਿਰਮਲਾ ਸੀਤਾਰਮਨ, ਉਹਨਾਂ ਨੂੰ 2 ਦਿਨ ਸਾਨੂੰ ਸਮਝਾਉਣ ਨੂੰ ਲੱਗ ਗਏ ਸੀ ਕਿ ਵੀ ਅਸੀਂ ਇਹ ਚੀਜ਼ਾਂ ਲੈ ਕੇ ਆਉਂਦੀਆਂ ਨੇ। ਪੈਕੇਜ ਭਾਵੇਂ ਉਹ 20 ਲੱਖ ਕਰੋੜ ਰੁਪਏ ਦਾ ਸੀ, ਪਰ ਅੱਜ ਤੱਕ ਮੈਨੂੰ ਲੱਗਦਾ ਹੈ ਕਿ ਸਿੰਗਲ ਬੰਦੇ ਕੋਲੇ ਇੱਕ ਪੈਨੀ ਨਹੀਂ ਪਹੁੰਚੀ ਕਰੋਨਾ ਰਾਹਤ ਫੰਡ ਦੇ ਦੋ। ਹੁਣ ਦੇਖੀਏ ਜੀ ਉਹ 3 ਦਿਨ ਜਿਹੜਾ ਸੀ ਉਹਨੂੰ ਸਮਝਾਉਣ ਨੂੰ ਇਹਨਾਂ ਨੇ ਲਾਏ, ਤੇ ਇਹ ਹੁਣ ਜਿਹੜਾ ਫਾਈਨੈਂਸ ਮਿਨਿਸਟਰ ਹੈ ਉਹਦਾ ਮਤਲਬ ਹੁੰਦਾ ਹੈ ਕਿ ਚਾਹੇ ਚਲੋ ਟੈਕਨੀਕੈਲਿਟੀਜ਼ ਹੈਗੀਆਂ ਤੁਸੀਂ ਦੱਸੋ, ਪਰ ਉਸ ਤੋਂ ਬਾਅਦ ਉਹ ਇੰਨਾ ਵੀ ਕੀ ਔਖਾ। ਇੱਦਾਂ ਲੱਗ ਰਿਹਾ ਸੀ ਕਿ ਉਹਨਾਂ ਨੂੰ ਵੀ ਨਹੀਂ ਸਮਝ ਆ ਰਿਹਾ ਕੀ ਉਹ ਕਰ ਰਹੇ ਨੇ ਤੇ ਸਾਨੂੰ ਵੀ ਨਹੀਂ ਸਮਝ ਆ ਰਿਹਾ ਕਿ ਉਹ ਕੀ ਕਰ ਰਹੇ ਨੇ। ਸੋ ਉਸੇ ਤਰੀਕੇ ਨਾਲ ਚੱਲੀਏ ਤੇ 13% GDP ਜਿਹੜਾ ਹੈ ਉਹ ਸਾਨੂੰ ਹੁਣ ਦੇ ਰਹੇ ਨੇ, ਤਾਂ ਮੈਨੂੰ ਲੱਗਦਾ ਹੈ ਜੇ ਹੁਣ ਸਾਨੂੰ ਸਮਝ ਨਹੀਂ ਆਇਆ ਤੇ ਕਿਸ ਤਰੀਕੇ ਨਾਲ ਇਹਨਾਂ ਰੌਲੇ ਗੋਲੇ ਦੇ ਵਿੱਚ ਕਿਤੇ ਹੋਰ ਵਰਤ ਲੈਣਾ ਆ, ਔਰ ਉਮੀਦਾਂ ਫਿਰ ਉੱਥੇ ਦੀਆਂ ਉੱਥੇ ਖੜੀਆਂ ਰਹਿ ਜਾਣੀਆਂ ਨੇ। ਦੂਸਰੇ ਬੰਨੇ ਇੱਕ ਹੋਰ ਉਹਨਾਂ ਨੇ ਗੱਲ ਕਹੀ ਹੈ ਕਿ ਜਿਹੜੀਆਂ 2 ਹੋਰ ਵੈਕਸੀਨੇਸ਼ਨ ਨੇ ਉਹ ਵੀ ਰੋਲ ਆਊਟ ਹੋਣਗੀਆਂ। ਕੀ ਤੁਸੀਂ ਪਹਿਲੀਆਂ ਵਾਲੀਆਂ ਵੈਕਸੀਨੇਸ਼ਨ ਦਾ ਐਫੀਕੈਸੀ ਡਾਟਾ ਦੱਸਿਆ ਸਾਨੂੰ? ਹੁਣ ਜਿਹੜੀਆਂ ਤੁਸੀਂ ਦੂਸਰੀਆਂ ਵੈਕਸੀਨੇਸ਼ਨ ਰੋਲ ਆਊਟ ਕਰਨੀਆਂ, ਕੀ ਉਹਦਾ ਐਫੀਕੈਸੀ ਡਾਟਾ ਸਾਡੇ ਕੋਲੇ ਆਊਗਾ? ਇਹ ਬਹੁਤ ਵੱਡੇ ਕੁਐਸਚਨ ਨੇ। ਉਸ ਤੋਂ ਇਲਾਵਾ ਡਿਫੈਂਸ ਨੂੰ ਇੱਕ ਵੱਡਾ ਜ਼ਖੀਰਾ ਦੇਣ ਦੀ ਬਹੁਤ ਲੋੜ ਹੈ ਇਸ ਟਾਈਮ, ਉਹਨਾਂ ਨੇ ਇਹ ਕਿਹਾ। ਇਸ ਕਰਕੇ ਲੋੜ ਹੈ ਕਿਉਂਕਿ ਸਾਡੀ ਜਿਹੜੀ ਖੱਟਾਪੱਟੀ ਹੈ ਉਹ ਚਾਈਨਾ ਨਾਲ ਲਗਾਤਾਰ ਚੱਲ ਰਹੀ ਹੈ। ਔਰ ਦੂਸਰੇ ਬੰਨੇ ਮੈਂ ਮੋਹਿਤ ਜੀ ਇੱਕ ਗੱਲ ਕਹਾਂ ਕਿ ਡਿਫੈਂਸ ਦੇ ਵਿੱਚ ਇਹਨਾਂ ਨੇ ਜਿਹੜਾ ਹੈ ਪ੍ਰਾਈਵੇਟ ਸੈਕਟਰ ਨੂੰ ਲਿਆ ਕੇ ਬਹੁਤ ਵੱਡੀ ਗਲਤੀ ਕੀਤੀ ਹੈ। ਇੱਕ ਤਰੀਕੇ ਨਾਲ ਇਹ ਲੱਗਦਾ ਹੈ ਕਿ ਕਾਰਪੋਰੇਟ ਨੂੰ ਇੱਕ ਸਿੱਧਾ ਡਿਫੈਂਸ ਫੜਾ ਦਿੱਤਾ ਆ। ਉਹਨਾਂ ਨੇ ਹੁਣ ਇਹ ਕੀਤਾ ਕਿ ਅਸੀਂ ਟੈਕਨੋਲੋਜੀ ਜਿਹੜੀ ਹੈ ਉਹ ਵੀ ਬਾਏ ਕਰਨੀ ਹੈ। ਫੋਰ ਐਗਜ਼ਾਮਪਲ ਜੇ ਅਸੀਂ 에ਅਰਕ੍ਰਾਫਟ ਬਾਏ ਕਰ ਰਹੇ ਹਾਂ, ਚਾਹੇ ਫਰਾਂਸ ਤੋਂ ਕਰ ਰਹੇ ਹਾਂ, ਚਾਹੇ ਅਸੀਂ ਅਮਰੀਕਾ ਤੋਂ ਕਰ ਰਹੇ ਹਾਂ, ਅਸੀਂ ਹੁਣ ਉਹਦੇ ਨਾਲ ਟੈਕਨੋਲੋਜੀ ਵੀ ਬਾਏ ਕਰਨੀ ਆ। ਅੱਗੇ ਇੱਦਾਂ ਹੁੰਦਾ ਸੀ ਕਿ ਅਸੀਂ 에ਅਰਕ੍ਰਾਫਟ ਲੈ ਲਏ, ਪਰ ਜਦੋਂ 에ਅਰਕ੍ਰਾਫਟ ਦੀ ਟੈਕਨੋਲੋਜੀ ਹੁੰਦੀ ਸੀ ਉਹ ਸਾਨੂੰ ਨਹੀਂ ਦਿੰਦੇ ਸੀਗੇ। ਜਦੋਂ ਸਾਡਾ ਕੋਈ ਵੱਡਾ ਘਾਣ ਹੋ ਜਾਂਦਾ ਸੀ, ਸਹੀ ਸੂਈ ਕਰਾਉਣੇ ਹੁੰਦੇ ਸੀਗੇ, ਤਾਂ ਉਹਨਾਂ ਦਾ ਇੱਕ ਬੰਦਾ ਆਉਂਦਾ ਸੀ ਮੇਨਟੇਨੈਂਸ ਵਾਲਾ, ਉਹ ਇੱਥੇ ਆ ਕੇ ਸੌਫਟਵੇਅਰ ਵਗੈਰਾ ਚੈੱਕ ਕਰਕੇ ਜਾਂਦਾ ਸੀਗਾ। ਹੁਣ ਉਹਨਾਂ ਨੇ ਕਿਹਾ ਕਿ ਜੋ ਤੁਸੀਂ ਸਾਨੂੰ ਦੋਗੇ ਅਸੀਂ ਟੈਕਨੋਲੋਜੀ ਵੀ ਨਾਲ ਬਾਏ ਕਰਨੀ ਆ। ਉਹ ਟੈਕਨੋਲੋਜੀ ਹੁਣ ਪਤਾ ਕੀ ਆ, ਜਿਨ੍ਹਾਂ ਨੂੰ ਠੇਕਾ ਮਿਲਣਾ ਆ, ਸਾਨੂੰ ਪਤਾ ਹੀ ਆ ਠੇਕਾ ਕਿਹਨਾਂ ਨੂੰ ਮਿਲਣਾ ਹੈ। ਰਿਲਾਇੰਸ ਵਰਗੀਆਂ ਵੱਡੀਆਂ ਕੰਪਨੀਆਂ ਨੇ, ਰਿਲਾਇੰਸ ਦੀਆਂ ਸਬ ਕੰਪਨੀਆਂ ਨੇ, ਅਡਾਨੀ ਗਰੁੱਪਸ ਦੀਆਂ ਸਬ ਕੰਪਨੀਆਂ ਨੇ, ਉਹ ਬਣਾ ਲਿੱਤੀਆਂ ਜਾਂਦੀਆਂ ਨੇ। ਉਸ ਤੋਂ ਬਾਅਦ ਉਹਨਾਂ ਦੇ ਉੱਤੇ ਬੋਲੀ ਲਗਾ ਕੇ ਉਹਨਾਂ ਨੂੰ ਠੇਕਾ ਦੇ ਦਿੱਤਾ ਜਾਂਦਾ ਹੈ। ਤੇ ਉਹ ਹੁਣ ਦੇਖੋ
ਜਿਹੜੀ ਟੈਕਨੋਲੋਜੀ ਅਸੀਂ ਲਿਆਂਦੀ ਹੈ ਫਿਰ ਉਹ ਟੈਕਨੋਲੋਜੀ ਉਹਨਾਂ ਨੂੰ ਦਿੱਤੀ ਜਾਂਦੀ ਹੈ, ਫਿਰ ਉਹਨਾਂ ਦੀਆਂ ਜਿਹੜੀਆਂ ਵਰਕਸ਼ਾਪਾਂ ਨੇ ਉਹਨਾਂ ਦੇ ਵਿੱਚ ਜਿਹੜੀ ਹੈ ਇਹ ਮੇਨਟੇਨੈਂਸ ਤੇ ਉਹਨਾਂ ਦੀ ਦੇਖ ਰੇਖ ਹੋਏਗੀ। ਸੋ ਸਿੱਧਾ ਸਿੱਧਾ ਇੱਕ ਤਰੀਕੇ ਨਾਲ ਡਿਫੈਂਸ ਦੇ ਵਿੱਚ ਇਹ ਬਹੁਤ ਵੱਡਾ ਧੱਕਾ ਹੈ ਜਿਹੜਾ ਕੀਤਾ ਜਾ ਰਿਹਾ ਹੈ ਗਵਰਨਮੈਂਟ ਦੇ ਵੱਲੋਂ। ਦੂਸਰੇ ਬੰਨੇ ਅਸੀਂ ਰੇਲ ਦੀ ਗੱਲ ਕਰਦੇ ਹਾਂ। ਰੇਲ ਇੱਕ ਇਦਾਂ ਦੀ ਮਿਨਿਸਟਰੀ ਹੈ ਜਾਂ ਇਹ ਕਹ ਲਓ ਕਿ ਰੇਲ ਇੱਕ ਇਦਾਂ ਦਾ ਖਜ਼ਾਨਾ ਹੈ ਭਾਰਤ ਦੇ ਕੋਲ ਜਿਹੜਾ ਬਹੁਤ ਘੱਟ ਵਾਰ ਦੇਖਿਆ ਹੈ ਕਿ ਉਹ ਕਦੇ ਘਾਟੇ 'ਚ ਗਿਆ ਹੋਵੇ। ਹਾਲਾਂਕਿ ਰੇਲ ਦੇ ਵਿੱਚ ਜਿਹੜੀਆਂ ਨੇ ਸੁਵਿਧਾ ਜਿਹੜੀਆਂ ਨੇ ਉਨੀਆਂ ਨਹੀਂ ਹੁਣ ਪਿਛਲੇ ਕੁਝ ਸਾਲਾਂ ਤੋਂ ਮਿਲ ਰਹੀਆਂ ਜਦੋਂ ਦੀ ਮੋਦੀ ਗਵਰਨਮੈਂਟ ਆਈ ਹੋਈ ਹੈ, ਪਰ ਫਿਰ ਵੀ ਰੇਲ ਦੇ ਜਿਹੜਾ ਹੈ ਉਹ ਅਜੇ ਵੀ ਆਪਾਂ ਕਹੀਏ ਕਿ ਉਹਦਾ ਮੇਨਟੇਨੈਂਸ, ਉਹਦਾ ਸਟਰਕਚਰ ਜਿਹੜਾ ਹੈ ਉਹਦੀ ਲਾਗਤ ਘੱਟ ਹੈ, ਪਰ ਉਹ ਤੋਂ ਥੋੜੀ ਬਹੁਤ ਬਜਟ ਜਿਹੜੀ ਹੈ ਉਸ ਦੇ ਮੁਕਾਬਲੇ ਜ਼ਿਆਦਾ ਹੈ। ਇਹਨਾਂ ਨੇ ਹੁਣ ਰੇਲ ਦੇ ਵਿੱਚ ਵੀ ਜਿਹੜਾ ਪ੍ਰਾਈਵੇਟ ਸੈਕਟਰ ਹੈ ਉਹਨੂੰ ਕਲੀਅਰੈਂਸ ਦੇ ਦਿੱਤੀ ਹੈ। ਇੱਕ ਇਕਨੋਮੀ ਸਰਵੇ ਵਿੱਚ ਇਹਨਾਂ ਨੇ ਇੰਡੀਕੇਸ਼ਨ ਵੀ ਦੇ ਦਿੱਤੀ ਸੀ ਵੀ ਅਸੀਂ ਇਸ ਗੱਲ ਦੇ ਉੱਤੇ ਬਹੁਤ ਭਰੋਸਾ ਕਰਦੇ ਹਾਂ। ਹਾਲਾਂਕਿ ਅਸੀਂ ਪਹਿਲੀ ਐਡੀਸ਼ਨ ਦੇ ਵਿੱਚ ਥੋੜ੍ਹੀਆਂ ਜਿਹੀਆਂ ਟ੍ਰੇਨਰਸ ਨੇ ਉਹਨਾਂ ਨੂੰ ਪ੍ਰਾਈਵੇਟਾਈਜੇਸ਼ਨ ਕਰਾਂਗੇ, ਉਸ ਤੋਂ ਬਾਅਦ ਹੌਲੀ ਹੌਲੀ ਅਸੀਂ ਦੇਖਾਂਗੇ ਕਿ ਕਿੰਨੇ % ਅਸੀਂ ਕਰਨਾ ਹੈ। ਜੀ ਦੂਸਰੀ ਗੱਲ, ਇਹ ਰੇਲ ਦੇ ਵਿੱਚ ਨਹੀਂ ਜਿਹੜਾ ਇਹ ਚੀਜ਼ ਹੋਣੀ ਚਾਹੀਦੀ ਸੀ, ਕਿਉਂਕਿ ਮਿਨਿਸਟਰੀਆਂ ਥੋੜ੍ਹੀਆਂ ਜਿਹੀਆਂ ਗਵਰਨਮੈਂਟ ਨੂੰ ਆਪਦੇ ਅੰਡਰ ਰੱਖਣੀਆਂ ਚਾਹੀਦੀਆਂ ਨੇ, ਕਿਉਂਕਿ ਤਾਂ ਜੋ ਜਿਹੜਾ ਇੱਕ ਰੋਜ਼ਗਾਰ ਦਾ ਮੁੱਦਾ ਹੈ ਉਹ ਹਮੇਸ਼ਾ ਭਖਿਆ ਰਵੇ ਔਰ ਲੋਕਾਂ ਨੂੰ ਰੋਜ਼ਗਾਰ ਮਿਲਦਾ ਰਵੇ। DRDO ਦੀ ਗੱਲ ਕਰਾਂ, ਡਿਫੈਂਸ ਰਿਸਰਚ ਡਿਵੈਲਪਮੈਂਟ ਆਰਗੇਨਾਈਜੇਸ਼ਨ ਦੀ ਗੱਲ ਕਰਾਂ, ਦੇਖੋ ਤੁਹਾਡੇ ਕੋਲ ਇੱਕ ਬਹੁਤ ਵੱਡੀ ਆਰਗੇਨਾਈਜੇਸ਼ਨ ਹੈ, ਬੜੇ ਨਿਪੁੰਨ ਤੁਹਾਡੇ ਜਿਹੜੇ ਸਾਇੰਟਿਸਟ ਨੇ ਉਹ ਉੱਥੇ ਕੰਮ ਕਰ ਰਹੇ ਨੇ। ਜਦੋਂ ਉਹੀ ਸਾਇੰਟਿਸਟ ਜਿਹੜੇ ਨੇ ਅੰਬਾਨੀਆਂ ਅਡਾਨੀਆਂ ਦੀ ਵਰਕਸ਼ਾਪ ਦੇ ਵਿੱਚ ਕੰਮ ਕਰਨਗੇ ਤਾਂ ਤੁਸੀਂ ਹਿਸਾਬ ਲਾ ਸਕਦੇ ਹੋ ਉਹਨਾਂ ਦੀ ਰੈਪੂਟੇਸ਼ਨ ਨਹੀਂ ਰਹਿੰਦੀ। ਪ੍ਰਾਈਵੇਟ ਰੈਪੂਟੇਸ਼ਨ ਜਿਹੜੀ ਕੁਝ ਹੋਰ ਹੁੰਦੀ ਹੈ, ਜਿਹੜੀ ਆਪਣੀ ਗਵਰਨਮੈਂਟ ਰੈਪੂਟੇਸ਼ਨ ਹੈ ਉਹ ਕੁਝ ਹੋਰ ਹੁੰਦੀ ਹੈ। ਜਾਂ ਫਿਰ ਇਹ ਕਹਿ ਲਓ ਕਿ DRDO ਦੇ ਵਿੱਚ ਕੰਮ ਕਰਨ ਵਾਲੇ ਵਿਹਲੇ ਬੈਠਣਗੇ, ਨਵੀਆਂ ਭਰਤੀਆਂ ਨਹੀਂ ਹੋਣਗੀਆਂ, ਸਿੱਧੀਆਂ ਰਿਲਾਇੰਸ ਅਡਾਨੀਆਂ ਦੀਆਂ ਵਰਕਸ਼ਾਪਾਂ 'ਚ ਭਰਤੀਆਂ ਹੋਣਗੀਆਂ ਤੇ ਸਰਕਾਰੀ ਤੰਤਰ ਖਤਮ ਹੋ ਜਾਏਗਾ। ਇਸੇ ਤਰੀਕੇ ਨਾਲ ਟੂਰਿਜ਼ਮ ਤੇ ਐਵੀਏਸ਼ਨ ਦੇ ਉੱਤੇ ਕੰਮ ਕਰਨਾ ਹੈ, ਉਹਦੇ ਵਿੱਚ ਵੀ ਇਹਨਾਂ ਨੇ ਪ੍ਰਾਈਵੇਟ ਪਲੇਅਰ ਜਿਹੜੇ ਨੇ ਬੜੇ ਅਨਾਉਂਸ ਕਰ ਦਿੱਤੇ ਨੇ। ਔਰ ਇਹ ਪੈਕੇਜ ਜਦੋਂ ਵੀ ਜਿਸ ਹਿਸਾਬ ਨਾਲ ਦਿੰਦੇ ਨੇ ਉਹ ਪਤਾ ਨਹੀਂ ਲੱਗਦਾ ਕਿ ਪੈਕੇਜ ਕਿਵੇਂ ਜਾ ਰਿਹਾ, ਉਹਦੀ ਤਕਸੀਮ ਕਿੱਦਾਂ ਹੋਣੀ ਹੈ, ਉਹ ਕਿਵੇਂ ਕਿਸ ਸੈਕਟਰ ਦੇ ਵਿੱਚ ਕਿੰਨਾ ਹੋਣਾ ਹੈ। ਇਹ ਬਹੁਤ ਕੰਪਲਿਕੇਸ਼ਨ ਜਿਹੜੀ ਹੈ ਸਾਡੇ ਇੱਥੇ ਅਕਸਰ ਵੇਖਣ ਨੂੰ ਮਿਲਦੀ ਹੈ। ਜੀ ਸੋ ਖੈਰ ਸਾਹਿਬ, ਬੜੇ ਤੁਸੀਂ ਬਾਖੂਬੀ ਬੜੇ ਸੋਹਣੇ ਤਰੀਕੇ ਨਾਲ ਸਮਝਾਇਆ ਕਿ ਇਸ ਪੂਰੇ ਪ੍ਰੋਸੈਸ ਨੂੰ ਸਾਨੂੰ ਕਿਵੇਂ ਦੇਖਣਾ ਚਾਹੀਦਾ, ਕਿਵੇਂ ਸਰਕਾਰਾਂ ਜਿਹੜੀਆਂ ਨੇ ਲਗਾਤਾਰ ਆਪਣੇ ਜਿਹੜੇ ਸਰਕਾਰੀ ਅਦਾਰੇ ਨੇ ਪ੍ਰਾਈਵੇਟ ਹੱਥਾਂ ਵਿੱਚ ਕਿਵੇਂ ਦੇ ਰਹੀ ਹੈ, ਕਿਉਂ ਦੇ ਰਹੀ ਹੈ। ਇਹ ਸਵਾਲ ਬੜਾ ਵੱਡਾ ਪੁੱਛਿਆ ਜਾਣਾ ਚਾਹੀਦਾ, ਪਰ ਲੋਕੀ ਜਿਹੜੇ ਨੇ ਉਹ ਪੁੱਛ ਨਹੀਂ ਰਹੇ। ਸੋ ਇਸ ਤੋਂ ਇਲਾਵਾ ਤੁਸੀਂ ਗੱਲ ਕੀਤੀ ਰੇਲਵੇ ਦੀ, ਤਾਂ ਖੈਰ ਸਾਹਿਬ ਕੁਝ ਜਿਹੜੇ ਸਰਕਾਰੀ ਅਦਾਰੇ ਸੀਗੇ ਉਹ ਨਹੀਂ ਸਹੀ ਚੱਲਦੇ ਪਏ ਸੀਗੇ, ਉਹਨਾਂ ਨੂੰ ਪ੍ਰਾਈਵੇਟ ਵੇਚ ਦਿੱਤਾ ਗਿਆ। ਚਲੋ ਆਪਾਂ ਕਹਿ ਸਕਦੇ ਹਾਂ ਕਿ ਚੰਗੀ ਗੱਲ ਆ, ਚਲੋ ਠੀਕ ਹੈ, ਉਹਦਾ ਜਿਹੜਾ ਭਵਿੱਖ ਹੈ ਠੀਕ ਹੋ ਸਕਦਾ। ਪਰ ਜਿਹੜੇ ਅਦਾਰੇ ਲਗਾਤਾਰ ਸ਼ੁਰੂ ਤੋਂ ਹੀ ਪ੍ਰੋਫਿਟ ਵਿੱਚ ਰਹੇ ਉਹਨਾਂ ਨੂੰ ਵੇਚ ਦੇਣਾ, ਜਿੱਦਾਂ ਰੇਲਵੇ ਦੀ ਗੱਲ ਕਰਤੀ, ਪੈਟਰੋਲੀਅਮ ਦੀ ਗੱਲ ਕਰਤੀ, ਉਹ ਚੀਜ਼ ਬੜੀ ਮੰਦਭਾਗੀ ਹੈ। ਇਸ ਤੋਂ ਇਲਾਵਾ ਜੇਕਰ ਇਸ ਸਾਲ ਦੇ ਮੌਜੂਦਾ ਬਜਟ ਦੀ ਗੱਲ ਕਰੀ ਤਾਂ ਆਮ ਲੋਕਾਂ ਨੂੰ ਕੀ ਮਿਲੇਗਾ, ਕਿ ਉਹਨਾਂ ਦੀ ਜੇਬ 'ਚ ਹੋਰ ਕਟੌਤੀ ਹੋਵੇਗੀ ਜਾਂ ਫਿਰ ਟੈਕਸ ਵਿੱਚ ਜਿਹੜੀ ਹੈ ਥੋੜੀ ਉਹਨਾਂ ਨੂੰ ਛੂਟ ਮਿਲੇਗੀ, ਇਹਦੇ ਉੱਪਰ ਕਾਫੀ ਸਵਾਲ ਹੋਏਗਾ। ਮੈਂ ਰੈਗੂਲਰ ਖੈਰ ਸਾਹਿਬ ਜਿਹੜੇ ਅਪਡੇਟ ਪੜ੍ਹ ਰਿਹਾ ਵਾਂ, ਉਹਨਾਂ ਵਿੱਚ ਲਿਖਿਆ ਕਿ ਹਾਂ ਵੀ ਜਿਹੜਾ ਕੱਪੜਾ ਉਦਯੋਗ ਹੈ ਉਹਨਾਂ ਨੂੰ ਬੈਨੀਫਿਟ ਹੋਏਗਾ। ਸੋ ਆਮ ਵਿਅਕਤੀ ਦੀ ਜਿਹੜੀ ਜੇਬ ਹੈ ਉਹ 'ਚ ਕਟੌਤੀ ਹੋਏਗੀ ਜਾਂ ਫਿਰ ਉਹਨੂੰ ਕਿਤੇ ਲਾਭ ਮਿਲੇਗਾ, ਉਹ ਹਰ ਇੱਕ ਦਾ ਧਿਆਨ ਹੋਏਗਾ। ਪਰ ਜਿਹੜਾ ਵੱਡਾ ਤਬਕਾ ਹੈ ਇਸ ਵਕਤ ਭਾਰਤ ਦਾ, ਉਹ ਇਹੀ ਦੇਖੇਗਾ ਕਿ ਕਿਸਾਨਾਂ ਨੂੰ ਕੀ ਮਿਲੇਗਾ ਲਾਭ, ਕਿਉਂਕਿ ਪਿਛਲੇ ਸਾਲ ਜਦੋਂ ਬਜਟ ਅਨਾਉਂਸ ਕੀਤਾ ਗਿਆ ਸੀਗਾ ਤੇ ਕਿਹਾ ਗਿਆ ਸੀਗਾ ਕਿ ਕਿਸਾਨਾਂ ਦੀ ਜਿਹੜੀ ਆਮਦਨ ਹੈ ਉਹ ਡਬਲ ਕੀਤੀ ਜਾਏਗੀ। ਸੋ ਕਾਫੀ ਸਾਰੇ ਪਲਾਨ ਕਹੇ ਗਏ ਸੀਗੇ ਕਿ ਅਸੀਂ ਇੱਦਾਂ ਕੰਮ ਕਰਾਂਗੇ, ਉੱਦਾਂ ਕਰਾਂਗੇ, ਬਟ ਡਿਊ ਟੂ ਕਰੋਨਾ ਉਹਨਾਂ ਨੂੰ ਉੱਥੇ ਹੀ ਰੋਕ ਦਿੱਤਾ ਗਿਆ। ਤਾਂ ਹੋ ਸਕਦਾ ਹੈ ਕਿ ਇਸ ਸਾਲ ਇਸ ਬਜਟ ਦੇ ਵਿੱਚ ਕੋਈ ਨਵੀਂ ਪਲੈਨਿੰਗ ਕਵੇ, ਉਸ ਅਕੋਰਡਿੰਗ ਦੱਸਣ ਕਿ ਪੁਰਾਣਾ ਜਿਹੜਾ ਬਜਟ ਹੈ ਉਸ ਨੂੰ ਅਸੀਂ ਰੀਕੰਟੀਨਿਊ ਕਰ ਰਹੇ ਹਾਂ, ਕੋਈ ਨਵੀਂ ਚੀਜ਼ਾਂ ਐਡ ਆਨ ਕਰ ਰਹੇ ਹਾਂ। ਪਰ ਕਹਿਣਾ ਤੇ ਕਰਨ ਵਿੱਚ ਬਹੁਤ ਫਰਕ ਹੁੰਦਾ ਹੈ, ਕਿਉਂਕਿ ਜਿਵੇਂ ਸ਼ੁਰੂ ਤੋਂ ਹੀ ਕਹਿ ਰਹੇ ਨੇ ਕਿ ਅਸੀਂ ਕਿਸਾਨਾਂ ਦੇ ਹਮਾਇਤੀ ਹਾਂ, ਪਰ ਕੋਈ ਵੀ ਕੰਮ ਇਹਨਾਂ ਦਾ ਕਿਸਾਨਾਂ ਦੇ ਹਮਾਇਤੀ ਵਾਲਿਆਂ ਨੇ ਇਹਨਾਂ ਨੇ ਨਹੀਂ ਕੀਤਾ। ਉਹਨਾਂ ਦਾ ਹਮੇਸ਼ਾ ਉਹਨਾਂ ਦੇ ਬੁਰਾ ਹੀ ਚਾਹਿਆ, ਉਹਨਾਂ ਦੀ ਜ਼ਮੀਨਾਂ ਉੱਤੇ ਅੱਖ ਰੱਖੀ ਹੈ। ਇਹੀ ਕਾਰਨ ਹੈ ਦੋਸਤੋ ਕਿ ਪਿਛਲੇ 5 ਮਹੀਨਿਆਂ ਤੋਂ ਜਿਹੜਾ ਲਗਾਤਾਰ ਅੰਦੋਲਨ ਚੱਲ ਰਿਹਾ ਹੈ ਤੇ ਕਾਫੀ ਸਾਰੇ ਜਿਹੜੇ ਸਾਡੇ ਕਿਸਾਨ ਨੇ ਉਹ ਸ਼ਹੀਦ ਵੀ ਹੋ ਚੁੱਕੇ ਨੇ। ਖੈਰ ਸਾਹਿਬ, ਇਹਨਾਂ ਦੇ ਜਿਹੜੇ ਇੱਕ ਹੋਰ ਮਿਨਿਸਟਰ ਨੇ ਉਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਇਕਨੋਮੀ ਹੈ ਨਾ ਉਹ ਵੀ ਸ਼ੇਪ ਦੇ ਵਿੱਚ ਗਰੋਥ ਹੋ ਚੁੱਕੀ। ਉਹਦੀ ਵੀ ਸ਼ੇਪ ਦੋਸਤੋ ਇੱਕ ਇਕਨੋਮੀ ਦੀ ਟਰਮ ਹੁੰਦੀ ਹੈ ਕਿ ਜਦੋਂ ਇੱਕ ਚੀਜ਼ ਦਾ ਜਾ ਰਹੀ ਹੈ ਉਹ ਅਚਾਨਕ ਨੀਚੇ ਗਿਰਦੀ ਹੈ ਕਰੋਨਾ ਕਰਕੇ ਤੇ ਫਿਰ ਆਰਾਮ ਨਾਲ ਖੜੀ ਹੋ ਜਾਂਦੀ ਹੈ, ਪਰ ਉੱਦਾਂ ਦੀ ਹਾਲਾਤ ਬਿਲਕੁਲ ਨਹੀਂ ਨੇ। ਵੀ ਸ਼ੇਪ ਉਹਨੂੰ ਨਹੀਂ ਕਹਿ ਸਕਦੇ, ਪਰ ਇਸ ਨੂੰ ਵੀ ਸ਼ੇਪ ਦੇ ਕਨਸੈਪਟ ਨੂੰ ਖੈਰ ਸਾਹਿਬ ਮੈਂ ਜੋੜਨਾ ਚਾਹੁੰਦਾ ਵਾਂ ਕਿਸਾਨੀ ਅੰਦੋਲਨ ਦੇ ਨਾਲ। ਕਿਉਂਕਿ 26 ਜਨਵਰੀ ਦੀ ਘਟਨਾ ਤੋਂ ਬਾਅਦ ਪੂਰਾ ਦਾ ਪੂਰਾ ਨੈਸ਼ਨਲ ਮੀਡੀਆ, ਗੋਦੀ ਮੀਡੀਆ ਨੇ ਧੂਮਾਂ ਮਚਾ ਦਿੱਤੀਆਂ ਕਿ ਬਈ ਹੁਣ ਉੱਥੇ ਕੋਈ ਨਹੀਂ ਬਚਿਆ, ਸਾਰੇ ਘਰਾਂ ਨੂੰ ਮੁੜ ਗਏ ਨੇ, ਪੁਲਿਸ ਉੱਥੋਂ ਹਟਾਉਣਾ ਸ਼ੁਰੂ ਕਰ ਗਈ ਹੈ, ਲੋਕਾਂ ਦੇ ਪਥਰਾਅ ਕਰਨਾ ਸ਼ੁਰੂ ਕਰਤੇ ਨੇ, ਲੀਡਰ ਨੇ ਦੌੜਨਾ ਸ਼ੁਰੂ ਕਰ ਗਏ ਨੇ। ਪਰ ਰਾਕੇਸ਼ ਟਕੈਤ ਜਿਹੜਾ ਕਿ ਉੱਥੇ ਸਾਡਾ ਕਿਸਾਨ ਆਗੂ ਹੈ, ਉਹਨਾਂ ਦੇ ਇੱਕ ਹੰਝੂਆਂ ਦੇ ਕਰਕੇ ਮੈਂ ਕਹਿੰਦਾ ਜਨ ਸੈਲਾਬ ਆ ਗਿਆ, ਲੋਕਾਂ ਦਾ ਕਿੰਨਾ ਵੱਡਾ ਹੜ੍ਹ ਆ ਗਿਆ। ਕਿੰਨੇ ਲੋਕੀ ਜਿਹੜੇ ਹਜੇ ਘਰਾਂ 'ਚ ਵਾਪਸ ਜਾਂਦੇ ਪਏ ਸੀਗੇ 26 ਜਨਵਰੀ ਤੋਂ ਬਾਅਦ, ਉਹ ਵਾਪਸ ਪਰਤਣਾ ਸ਼ੁਰੂ ਹੋ ਗਏ ਤੇ ਉੱਥੇ ਦੁਬਾਰਾ ਕਿੰਨੇ ਵੱਡੇ ਲੋਕ ਉੱਥੇ ਇਕੱਠ ਹੋ ਗਏ। ਸੋ ਅਸਲ ਵੀ ਸ਼ੇਪ ਜਿਹੜਾ ਹੈ ਉਹ ਇਕਨੋਮੀ ਵਿੱਚ ਆਇਆ ਕਿ ਨਹੀਂ ਆਇਆ, ਪਰ ਸਾਡੇ ਅੰਦੋਲਨ 'ਚ ਦੁਬਾਰਾ ਆ ਗਿਆ। ਅਸੀਂ ਕੋਈ ਦੋ ਰਾਏ ਵਾਲੀ ਗੱਲ ਨਹੀਂ ਕਿ ਸਾਡਾ ਅੰਦੋਲਨ ਆ ਉਹ ਥੋੜਾ ਜਿਹਾ ਥੱਲੇ ਜ਼ਰੂਰ ਗਿਆ, ਥੋੜਾ ਥੱਲੇ ਗਿਆ, ਬਟ ਇੱਕ ਵਾਰ ਫਿਰ ਕਿੰਨਾ ਹੋਰ ਉੱਪਰ ਚਲਾ ਗਿਆ ਉਹ ਚੀਜ਼ ਦੇਖਣ ਵਾਲੀ ਹੋਏਗੀ। ਸੋ ਬਜਟ ਨੂੰ ਮੈਂ ਕਿਤੇ ਨਾ ਕਿਤੇ ਥੋੜਾ ਜਿਹਾ ਜੋੜਨ ਦੀ ਕੋਸ਼ਿਸ਼ ਕੀਤੀ ਕਿਸਾਨੀ ਅੰਦੋਲਨ ਦੇ ਨਾਲ, ਕਿਉਂਕਿ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਵਕਤ ਦੇਸ਼ ਦਾ ਨੋ ਡਾਊਟ ਬਜਟ ਬਹੁਤ ਵੱਡਾ ਮੁੱਦਾ ਹੈ।
ਪਰ ਉਸ ਤੋਂ ਵੱਡਾ ਮੁੱਦਾ ਹੈ ਸਾਡਾ ਕਿਸਾਨੀ ਅੰਦੋਲਨ, ਕਿਉਂਕਿ ਸਾਡੇ ਜਿਹੜੇ ਲੋਕ ਨੇ, ਲੱਖਾਂ ਕਰੋੜਾਂ ਜਿਹੜੇ ਇਨਸਾਨ, ਜਿਹੜੇ ਲੋਕ ਉੱਥੇ ਕਿਸਾਨ ਬੈਠੇ ਨੇ, ਉਹ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਜਿਹੜੇ ਡਾਇਲੌਗਸ ਨੇ ਦੁਬਾਰਾ ਐਕਸਚੇਂਜ ਹੋਣ। ਹਾਲਾਂਕਿ ਕੱਲ ਦੀ ਜਿਹੜੀ ਗੱਲ ਕੀਤੀ ਹੈ ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਉਹਨਾਂ ਨੇ ਕਿਹਾ ਕਿ ਅਸੀਂ ਦੁਬਾਰਾ ਫੇਰ ਗੱਲਬਾਤ ਕਰਨ ਦਾ ਇੱਕ ਰਸਤਾ ਦੁਬਾਰਾ ਖੋਲ੍ਹਦੇ ਹਾਂ ਤੇ ਸ਼ਾਇਦ 2 ਤਰੀਕ ਨੂੰ ਦੁਬਾਰਾ ਜਿਹੜੇ ਕਿਸਾਨ ਨੇ ਤੇ ਕੇਂਦਰ ਆਮਣ ਸਾਹਮਣੇ ਬੈਠਣਗੇ ਤੇ ਉਦੋਂ ਜਿਹੜੀ ਡਾਇਲੌਗਸ ਐਕਸਚੇਂਜ ਹੋਣਗੇ, ਦੁਬਾਰਾ ਮੀਟਿੰਗ ਹੋਏਗੀ, ਦੇਖਣੇ ਆ ਉਦੋਂ ਕੀ ਹੋਏਗਾ। ਵਾਕਈ ਵੀ ਸ਼ੇਪ ਜਿਹੜਾ ਫਾਰਮੂਲਾ ਹੈ ਮੈਂ ਸੋਚ ਹੀ ਨਹੀਂ ਸਕਦਾ ਸੀ ਕਿ ਤੁਸੀਂ ਇੰਨੇ ਬਖੂਬ ਤਰੀਕੇ ਦੇ ਨਾਲ ਸਮਝਾਓਗੇ। ਇੱਕ ਚਲੋ ਇਹ ਬਹੁਤ ਵਧੀਆ ਗੱਲ ਹੈ ਕਿ ਕਿਸੇ ਚੀਜ਼ ਦਾ ਜਿਹੜਾ ਹੈ ਨਿਗਾਰ ਹੋਣਾ, ਫਿਰ ਨਿਗਾਰ ਹੋਣ ਤੋਂ ਬਾਅਦ ਉੱਠਣਾ, ਇੱਕ ਤਰੀਕੇ ਨਾਲ ਕੁਦਰਤੀ ਜਿਹੜਾ ਹੈ ਵਰਤਾਰਾ ਆ। ਅਸੀਂ ਗੱਲ ਕਰੀਏ ਕਿ ਕੋਈ ਵੀ ਜਿਹੜੀ ਚੀਜ਼ ਹੈ ਉਹ ਹਮੇਸ਼ਾ ਸਿਖਰ ਤੇ ਨਹੀਂ ਰਹਿੰਦੀ ਔਰ ਹਮੇਸ਼ਾ ਥੱਲੇ ਨਹੀਂ ਡਿੱਗੀ ਰਹਿੰਦੀ। ਸੋ ਇਹ ਲੰਬੇ ਸਮੇਂ ਤੋਂ ਸੰਘਰਸ਼ ਚੱਲਦਾ ਸੀਗਾ, ਸਾਨੂੰ ਡਰ ਸੀਗਾ ਕਿ ਨਿਗਾਰ ਨਾ ਜਾਵੇ, ਫਿਰ ਨਾ ਉੱਠੇ। ਹੁਣ ਪਤਾ ਲੱਗ ਗਿਆ ਕਿ ਜਿਹੜਾ ਨਿਗਾਰ ਹੋਣਾ ਸੀ ਉਹ ਆ ਗਿਆ, ਹੁਣ ਇਸ ਤੋਂ ਬਾਅਦ ਸੰਘਰਸ਼ ਜਿਹੜਾ ਹੈ ਉੱਪਰ ਹੀ ਆਏਗਾ। ਦੂਸਰੇ ਬੰਨੇ ਤੁਸੀਂ ਜਨ ਸਲਾਬ ਦੀ ਗੱਲ ਕੀਤੀ ਹੈ, ਵਾਕਈ ਇਸ ਟਾਈਮ ਜੋ ਹੀਰੋ ਬਣਿਆ ਨੇ ਉਹ ਹੈ ਰਕੇਸ਼ ਟਕੈਤ ਹੋਣੀ। ਕੱਲ ਉੱਥੇ ਬਹੁਤ ਪੋਲੀਟੀਸ਼ੀਅਨ ਵੀ ਗਏ, ਸੁਖਬੀਰ ਬਾਦਲ ਹੋਣੀ ਵੀ ਮਿਲਣ ਗਏ, ਐਂਡ ਉਸ ਤੋਂ ਬਾਅਦ ਜੇ ਅਸੀਂ ਕਹੀਏ ਬੈਂਸ ਭਰਾ ਉਹ ਵੀ ਉੱਥੇ ਗਏ। ਤੇ ਜੇ ਸਿੰਗਰਸ ਦੀ ਗੱਲ ਕਰਾਂ ਤੇ ਕੱਲ ਉਹਨਾਂ ਦੇ ਹੱਕ ਦੇ ਵਿੱਚ ਉੱਥੇ ਬੜੇ ਸਾਰੇ ਸਿੰਗਰ ਪਹੁੰਚ ਕੇ ਉਹਨਾਂ ਨੇ ਗਾਣੇ ਗਾਏ ਆ। ਸੋ ਇਦਾਂ ਲੱਗਦਾ ਕਿ ਪਹਿਲਾਂ ਸਿੰਘੂ ਬਾਰਡਰ ਦੇ ਉੱਤੇ ਰੌਣਕ ਲੱਗ ਗਈ ਸੀ, ਹੁਣ ਗਾਜ਼ੀਪੁਰ ਬਾਰਡਰ ਦੇ ਉੱਤੇ ਰੌਣਕ ਲੱਗ ਗਈ ਹੈ। ਇੱਕ ਤਰੀਕੇ ਦੇ ਨਾਲ ਬਹੁਤ ਵੱਡੀ ਚਲੋ ਇਹ ਗੱਲ ਹੈ। ਦੂਸਰੇ ਬੰਨੇ ਇੱਕ ਮੈਂ ਤੁਹਾਡਾ ਜਵਾਬ ਜਿਹੜਾ ਸੀਗਾ ਕਿ ਤੁਸੀਂ ਕਹਿੰਦੇ ਸੀ ਕਿ ਜਿਹੜੇ ਘਾਟੇ 'ਚ ਸੈਕਟਰ ਆ ਉਹਨਾਂ ਨੂੰ ਤਾਂ ਚਲੋ ਵੇਚ ਰਹੀ ਆ, ਉਹਨਾਂ ਨੂੰ ਕੰਟਰੈਕਟ ਕਰ ਰਹੀ ਆ, ਉਹ ਚੰਗੀ ਗੱਲ ਹੈ। ਪਰ ਮੋਹਿਤ ਜੀ ਘਾਟੇ 'ਚ ਪਾਉਣ ਵਾਲਾ ਕੌਣ ਹੈ? ਖੁਦ ਆਪ ਗਵਰਨਮੈਂਟ ਆ। ਹੁਣ ਮੈਂ ਤੁਹਾਨੂੰ ਦੱਸਦਾ BSNL ਦੀ ਗੱਲ। ਜੀ ਇੱਕ ਫੋਨ ਹੁੰਦਾ ਸੀ ਸਾਡੇ ਕੋਲੇ, ਨਵੇਂ ਸ਼ੁਰੂ ਹੋਇਆ, ਜਦੋਂ ਸਾਡੇ ਲੈਂਡਲਾਈਨ ਵੀ ਲੱਗਦੇ ਸੀ ਤੇ ਉਦੋਂ ਇਹਨਾਂ ਦੇ ਲੱਗਦੇ ਸੀਗੇ, ਰਿੰਗ ਵੱਜਣੀ, ਸਾਰੇ ਟੱਬਰ ਨੇ ਨਵੇਂ ਫੋਨ ਆਏ ਤੇ ਸਾਰੇ ਟੱਬਰ ਨੇ ਅੰਦਰ ਵੱਲ ਨੂੰ ਨੱਠਣਾ, ਕਿਉਂਕਿ ਉਸ ਟਾਈਮ 24 ਘੰਟੇ ਵਾਲੀ ਬਿਜਲੀ ਵੀ ਨਹੀਂ ਸੀ ਹੁੰਦੀ ਘਰਾਂ ਦੇ ਵਿੱਚ ਤੇ ਬਾਹਰ ਗਰਮੀਆਂ ਦੇ ਦਿਨਾਂ ਨੂੰ ਅਸੀਂ ਬਾਹਰ ਬੈਠੇ ਹੁੰਦੇ ਸੀ। ਮੈਨੂੰ ਯਾਦ ਹੈ ਕਿ ਜਦੋਂ ਨਵੇਂ ਫੋਨ ਲੱਗਣ ਲੱਗੇ ਉਹ ਗਰਮੀਆਂ 'ਚ ਲੱਗਿਆ ਸਾਡੇ ਪੂਰੇ ਨਾਰਥ ਏਰੀਆਜ਼ ਦੇ ਵਿੱਚ, ਤੇ ਉਸ ਟਾਈਮ ਦੇਖੋ ਅਸੀਂ ਬੈਠੇ ਹੁੰਦੇ ਸੀ ਦਰਖਤ ਦੇ ਕਿਨਾਰੇ, ਕਿਉਂਕਿ ਬੱਤੀ ਵੀ ਨਹੀਂ ਹੁੰਦੀ ਸੀ ਉਸ ਟਾਈਮ। ਤੇ ਉਹ ਜਦੋਂ ਬੈਲ ਵੱਜਣੀ ਤਾਂ ਸਾਰਿਆਂ ਨੇ ਜਾਣਾ, ਇੰਨੇ ਲੋਕਾਂ ਨੇ ਲੈਂਡਲਾਈਨ ਫੋਨ ਲਵਾਏ। ਫਿਰ ਹੌਲੀ ਹੌਲੀ ਕੀ ਹੋਇਆ, ਟ੍ਰਾਂਜੀਸ਼ਨ ਹੋਣੀ ਸ਼ੁਰੂ ਹੋ ਗਈ। ਮਲਟੀਨੈਸ਼ਨਲ ਕੰਪਨੀਆਂ ਨੋਕੀਆ ਵਰਗੀਆਂ ਉਹ ਭਾਰਤ ਦੇ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ। ਉਹਨਾਂ ਨੇ ਆਪਣਾ ਮੋਬਾਈਲ ਫੋਨ ਕੱਢਤਾ। ਮੋਬਾਈਲ ਫੋਨ ਆਉਣ ਦੇ ਨਾਲ ਹੀ ਕੱਲ੍ਹ ਨੂੰ ਕਿਸੇ ਤੁਹਾਡੇ ਖੰਭੇ ਦੀ ਤਾਰ ਟੁੱਟ ਗਈ, ਫੋਨ ਨਹੀਂ ਚੱਲਿਆ, ਇੱਕ ਸ਼ਬਦ ਜਿਹੜਾ ਬਹੁਤ ਮਸ਼ਹੂਰ ਹੁੰਦਾ ਸੀ ਉਸ ਟਾਈਮ, ਫੋਨ ਡੈਡ ਆ ਜੀ, ਹੈ ਨਾ। ਤੇ ਉਹ ਦੇਖੋ ਕਿ ਫੋਨ ਡੈਡ ਕਿਹਨਾਂ ਨੇ ਕਰਾਏ ਆ ਤੇ ਕਿਹਨਾਂ ਨੇ ਉਹ ਚੀਜ਼ਾਂ ਲਿਆਂਦੀਆਂ। ਤੁਹਾਨੂੰ ਕੀ ਲੱਗਦਾ ਕਿ ਟੈਕਨੋਲੋਜੀ ਜਿਹੜੀ ਸੀਗੀ ਉਹ ਇੱਥੇ ਕਨਵਰਜ ਨਹੀਂ ਹੋ ਸਕਦੀ ਸੀ? BSNL ਦੇ ਵਿੱਚ ਕਿਉਂ ਨਹੀਂ ਹੋ ਸਕਦੀ ਸੀ? ਸੋ ਨਿਗਾਰ ਵੀ ਇਹ ਆਪ ਲਿਆਉਂਦੇ ਨੇ। ਜਦੋਂ ਹੁਣ ਆਪਾਂ ਗੱਲ ਕਰੀਏ ਫੂਡ ਦੀ ਗੱਲ ਕਰ ਰਹੇ ਹਾਂ, ਜਿਹੜੀਆਂ ਫੂਡ ਏਜੰਸੀਜ਼ ਦੀ ਗੱਲ ਕਰ ਰਹੇ ਹਾਂ, ਤੇ ਇੰਨੀਆਂ ਵੱਡੀਆਂ ਫੂਡ ਏਜੰਸੀ ਸਾਡੇ ਕੋਲੇ, ਫਿਰ ਹੁਣ ਜਿਹਨੂੰ ਸਾਨੂੰ ਸੀਲੋ ਲਿਆਉਣ ਦੀ ਕੀ ਲੋੜ ਸੀਗੀ? ਇੰਨੇ EMPLOYEES ਨੇ ਔਰ ਇੰਨੀਆਂ ਜ਼ਮੀਨਾਂ ਨੇ। ਜੇ ਤੁਸੀਂ ਕਿਤੇ ਨਾ ਕਿਤੇ ਦੇਖੋ, ਆਪਾਂ ਫਤਿਹਗੜ੍ਹ ਸਾਹਿਬ ਚੱਲ ਜਾਈਏ, ਕਰਤਾਰਪੁਰ ਸਾਈਡ ਤੇ ਚੱਲੀਏ, ਤੇ ਐਡੇ ਗਵਰਨਮੈਂਟ ਗਡਾਊਨ ਉੱਥੇ ਭਰੇ ਹੋਏ ਨੇ ਕਣਕ ਦੇ, ਪਰ ਉੱਥੇ ਸੀਲੋ ਦਾ ਹਜੇ ਤੱਕ ਅਰੇਂਜਮੈਂਟ ਨਹੀਂ ਕੀਤਾ ਕਿ ਸਰਕਾਰਾਂ ਦੇ ਕੋਲ ਪੈਸੇ ਹੈ ਨਹੀਂ ਹੈ। ਇਹ ਉਹੀ ਸਰਕਾਰ ਆ ਜਿਹੜੀਆਂ ਸਟੈਚੂ ਬਣਾਉਣ ਦੇ ਉੱਤੇ ਪਤਾ ਨਹੀਂ ਕਿੰਨੇ 100 ਕਰੋੜ ਖਰਚ ਦਿੰਦੀਆਂ ਨੇ। ਤੇ ਫਿਰ ਕੀ ਇਹਨਾਂ ਦੇ ਕੋਲ ਜਿਹੜੇ ਮੇਨ ਕੰਮ ਨੇ, ਹੈਲਥ ਆ, ਸਟਰਕਚਰ ਆ, ਟਰਾਂਸਪੋਰਟ ਆ, ਉਹਨਾਂ ਦੇ ਉੱਤੇ ਪੈਸੇ ਖਰਚਣ ਨੂੰ ਨਹੀਂ ਹੈਗੇ। ਸੋ ਨਿਗਾਰ ਜਿਹੜਾ ਹੈ ਉਹ ਵੀ ਵੀ ਸ਼ੇਪ ਵਾਂਗੂ ਹੀ ਆ ਕਿ ਪਹਿਲਾਂ ਗਵਰਨਮੈਂਟ ਜਿਹੜੀ ਆ ਉਹ ਸਾਡੇ ਜਿਹੜੇ ਨਵੀਆਂ ਚੀਜ਼ਾਂ ਲਾਂਚ ਹੋਈਆਂ ਹੁੰਦੀਆਂ ਨੇ, ਜਿਵੇਂ ਹੁਣ ਆਪਾਂ TV ਦੀ ਗੱਲ ਕਰ ਲਈਏ ਤੇ ਕਿਤੇ ਨਾ ਕਿਤੇ ਜਲੰਧਰ ਦੂਰਦਰਸ਼ਨ ਦੇ ਉੱਤੇ ਕੋਈ ਗੱਲ ਕਹਿ ਦੇਣੀ ਉਹ ਸਭ ਤੋਂ ਜ਼ਿਆਦਾ ਉੱਪਰ ਹੁੰਦੀ ਸੀ। ਪ੍ਰਾਈਵੇਟ ਪਲੇਅਰ ਆਏ ਤੇ ਜਲੰਧਰ ਦੂਰਦਰਸ਼ਨ ਹੋਣੀ ਥੱਲੇ ਚਲੇ ਗਏ, ਤੇ ਫਿਰ ਥੱਲੇ ਜਾਣ ਤੋਂ ਬਾਅਦ ਜਿਹੜੇ ਉੱਪਰ ਗਏ ਆ ਉਹ ਚਲੇ ਗਏ ਮਲਟੀ ਜਿਹੜੇ ਚੈਨਲ ਨੇ ਸਾਡੇ ਕੋਲੇ। ਸੋ ਨਿਗਾਰ ਵੀ ਇਹਨਾਂ ਨੇ ਲਿਆਂਦਾ ਆ, ਔਰ ਨਿਗਾਰ ਕਿਉਂ ਲਿਆਂਦਾ ਹੈ ਇਹ ਇੱਕ ਤਰੀਕੇ ਨਾਲ ਪ੍ਰਤੱਖ ਹੈ ਸਭ ਨੂੰ। ਔਰ ਇਸੇ ਤਰੀਕੇ ਦੇ ਨਾਲ ਅਸੀਂ ਜਿਹੜੀ ਮੁੱਦੇ ਦੀ ਗੱਲ ਹੈ ਉਹ ਇਹ ਆ ਕਿ ਗਵਰਨਮੈਂਟ ਨਹੀਂ ਚਾਹੁੰਦੀ ਤਾਂ ਹੀ ਨਹੀਂ ਹੁੰਦਾ। ਜੇ ਗਵਰਨਮੈਂਟ ਚਾਹਵੇ, ਨੀਤ ਸੱਚੀ ਹੋਵੇ ਤਾਂ ਸਭ ਕੁਝ ਹੋ ਸਕਦਾ ਹੈ। ਜੀ ਖੈਰ ਸਾਹਿਬ, ਤੁਸੀਂ ਗੱਲ ਕੀਤੀ ਸਰਕਾਰ ਦੀ ਨੀਤ ਦੀ, ਤਾਂ ਨੀਤ ਕਿੰਨੀ ਕੁ ਸਾਫ਼ ਹੈ, ਕਿੰਨੀ ਕੁ ਖਰਾਬ ਹੈ, ਮੈਨੂੰ ਲੱਗਦਾ ਕਿ ਭਾਰਤ ਵਿੱਚ ਨਾ ਹੁਣ ਹਰ ਇੱਕ ਨੂੰ ਪਤਾ ਚੱਲ ਹੀ ਗਿਆ, ਕਿਉਂਕਿ ਕਿਸਾਨੀ ਅੰਦੋਲਨ ਚੱਲ ਰਿਹਾ, ਬਿਲਕੁਲ ਸਾਫ਼ ਸੁਥਰਾ ਅੰਦੋਲਨ ਚੱਲ ਰਿਹਾ ਸੀ ਸਾਡਾ, ਸ਼ੁਰੂ ਪਹਿਲੇ ਦਿਨ ਤੋਂ ਹੀ, ਹਾਲੇ ਵੀ ਚੱਲ ਰਿਹਾ। ਪਹਿਲੇ ਦਿਨ ਤੋਂ ਹੀ ਇਹਨਾਂ ਨੇ ਉਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ, ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਸਕਸੈਸਫੁਲ ਨਹੀਂ ਹੋਏ ਤਾਂ ਕਿਤੇ ਨਾ ਕਿਤੇ ਹੋਰ ਪੈਂਤੜੇ ਖੇਡੇ ਗਏ, ਉਹਨਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕੀਤੀ ਸਾਰੇ ਕਿਸਾਨ ਜਥੇਬੰਦੀਆਂ ਨੂੰ, ਉਦੋਂ ਵੀ ਨਹੀਂ ਹੋਏ। ਫਿਰ 1.5 ਸਾਲ ਵਾਲਾ ਇਹਨਾਂ ਨੇ ਪੈਂਤੜਾ ਖੇਡਿਆ, ਜੋ ਕਿ ਕਿਤੇ ਨਾ ਕਿਤੇ ਥੋੜਾ ਜਿਹਾ ਧੱਕਾ ਦਿੱਤਾ। ਪਹਿਲਾ ਧੱਕਾ ਜਦੋਂ ਕਿਸਾਨ ਜਥੇਬੰਦੀਆਂ ਵਿੱਚ ਥੋੜਾ ਜਿਹਾ ਹੋ ਗਿਆ ਕਿ ਬਈ ਅਸੀਂ ਗੱਲ ਮੰਨ ਜੰਨੇ ਆ ਤੇ ਚਲੋ ਵਾਪਸ ਪਰਤ ਜਾਂਦੇ ਆ, ਪਰ ਜਿਹੜੀਆਂ ਕਿਸਾਨ ਜਥੇਬੰਦੀਆਂ ਸੀ ਕਹਿੰਦੀਆਂ ਕਿ ਨਹੀਂ, ਅਸੀਂ ਤਾਂ ਪੂਰਾ ਕਾਨੂੰਨ ਜਿਹੜੇ ਨੇ ਉਹ ਰੱਦ ਕਰਾ ਕੇ ਮੁੜਾਂਗੇ। ਉਸ ਤੋਂ ਬਾਅਦ 26 ਜਨਵਰੀ ਵਾਲੀ ਘਟਨਾ ਵਾਪਰ ਜਾਂਦੀ ਹੈ, ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਥੋੜਾ ਰੋਲਾ ਪੈ ਜਾਂਦਾ ਵਾ, ਇੱਕ ਦੋ ਵਾਪਸ ਮੁੜ ਜਾਂਦੀਆਂ ਨੇ, ਗਠਬੰਧਨ ਥੋੜਾ ਜਿਹਾ ਟੁੱਟਦਾ। ਜਿਵੇਂ ਅਸੀਂ V-ਸ਼ੇਪ ਵਾਲੀ ਗੱਲ ਕੀਤੀ ਕਿ ਥੋੜਾ ਜਿਹਾ ਜ਼ਰੂਰ ਥੱਲੇ ਹੇਠਾਂ ਜ਼ਰੂਰ ਗਿਆ, ਉਹ ਗੱਲ ਵੱਖਰੀ ਕਿ ਦੁਬਾਰਾ ਫੇਰ ਚੜ ਗਿਆ, ਪਰ ਉਹ ਕਿਹਦੇ ਕਰਕੇ ਹੋਇਆ? ਇਹਨਾਂ ਸਰਕਾਰਾਂ ਕਰਕੇ ਹੋਇਆ, ਕਿਉਂਕਿ ਸਰਕਾਰ ਜਿਹੜੀਆਂ ਨੇ ਉਹ ਬੜੀਆਂ ਗੰਦੀਆਂ ਚਾਲਾਂ ਚੱਲ ਰਹੀਆਂ ਸੀ।
ਅੱਛਾ, ਇਸ ਤੋਂ ਬਾਅਦ ਖਹਿਰਾ ਸਾਹਿਬ ਕੀ ਹੋਇਆ ਕਿ ਉੱਥੇ ਇੱਕ ਰਿਪੋਰਟਰ ਨੇ, ਇੱਕ ਜਰਨਲਿਸਟ ਨੇ, ਉਹਨਾਂ ਦਾ ਨਾਮ ਹੈਗਾ ਮਨਦੀਪ ਪੁੰਨੀਆ, ਜੋ ਕਿ ਡੇ 1 ਤੋਂ ਉੱਥੇ ਬੜੇ ਨਿਰਪੱਖ ਹੋ ਕੇ ਸਾਰੀ ਉੱਥੇ ਇਨਵੈਸਟੀਗੇਸ਼ਨ ਕਰਦੇ ਨੇ, ਫਿਰ ਆਪਣੇ ਚੈਨਲ ਨੂੰ ਆਪਣੀ ਖਬਰਾਂ ਦਿੰਦੇ ਨੇ, ਐਂਡ ਹਰ ਕੋਈ ਜਿਹੜੀ ਚੈਨਲ ਉਹਨਾਂ ਦੀ ਖਬਰਾਂ ਲਗਾ ਵੀ ਰਿਹਾ ਸੀਗਾ। ਫਿਰ ਉੱਥੇ ਜਦੋਂ ਖਹਿਰਾ ਸਾਹਿਬ ਖਬਰ ਆਈਆਂ ਕਿ ਉੱਥੋਂ ਦੇ ਲੋਕਲ ਬੰਦੇ ਉੱਥੇ ਗਏ ਨੇ, ਉਹਨਾਂ ਨੇ ਨਾਅਰੇ ਲਾਏ ਨੇ, ਉਹਨਾਂ ਨੇ ਪਥਰਾਵ ਕੀਤਾ ਵਾ, ਤੇ ਉੱਥੋਂ ਦੇ ਵਿੱਚ ਥੋੜੀ ਮੋਟੀ ਉਹਨਾਂ ਦੀ ਜਿਹੜੀ ਲੜਾਈ ਵਗੈਰਾ ਵੀ ਹੋਈ ਹੈ, ਥੋੜੀ ਹੱਥੋਂ ਪਾਈ ਵੀ ਹੋਈ ਹੈ। ਸੋ ਉਹਨਾਂ ਨੇ ਬਰੀਕੀ ਦੇ ਨਾਲ, ਕਿਉਂਕਿ ਉੱਥੇ ਮੌਜੂਦ ਸੀਗੇ, ਉਹਨਾਂ ਹਰ ਇੱਕ ਬੰਦੇ ਨੂੰ ਧਿਆਨ ਨਾਲ ਵੇਖਿਆ, ਤੇ ਕਿਉਂਕਿ ਉੱਥੋਂ ਦੇ ਵਸਨੀਕ ਵੀ ਸੀਗੇ, ਉਹਨਾਂ ਨੇ ਫਿਰ ਦੁਬਾਰਾ ਫੇਸਬੁੱਕ ਤੇ ਜਾ ਕੇ ਉਹ ਬੰਦਿਆਂ ਨੂੰ ਲੱਭਿਆ ਤੇ ਇੱਕ ਇੱਕ ਕਰਕੇ ਦੱਸਿਆ ਬੰਦਾ ਕਿ ਜਿਹੜੇ ਆਪਣੇ ਆਪ ਨੂੰ ਲੋਕਲ ਬਡੀਜ਼ ਕਹਿ ਰਹੇ ਸੀਗੇ ਕਿ ਮੈਂ ਇੱਥੋਂ ਦੇ ਅਸੀਂ ਲੋਕਲ ਰਹਿਣ ਵਾਲੇ ਆ, ਕਹਿੰਦੇ ਕੋਈ ਲੋਕਲ ਰਹਿਣ ਵਾਲੇ ਨਹੀਂ ਸੀ, ਕੋਈ ਬੇਸਿਕਲੀ ਬੀਜੇਪੀ ਦੇ ਕਾਰਜਕਰਤਾ ਸੀਗੇ। ਇੱਕ ਦੀ ਘਰ ਵਾਲੀ ਸੀਗੀ ਉੱਥੋਂ ਦੀ ਕਾਉਂਸਲਰ, ਇੱਕ ਦਾ ਜਿਹੜਾ ਸੀਗਾ ਉਹ ਪਾਰਸ਼ਦ ਵਗੈਰਾ ਸੀਗਾ। ਸੋ ਉਹ ਬੰਦੇ ਸੀਗੇ, ਕਹਿੰਦੇ ਕੋਈ ਲੋਕਲ ਬੰਦੇ ਨਹੀਂ ਸੀਗੇ ਕਿ ਜਿਹੜਾ ਨੂੰ ਟੀਵੀ 'ਚ ਮੋਦੀ ਮੀਡੀਆ ਨੇ ਬੜੇ ਧੂਮ ਮਚਾ ਕੇ ਦਿਖਾਇਆ ਕਿ ਆਹ ਤੇ ਬਈ ਆਮ ਲੋਕਾਂ ਦਾ ਰੋਸ ਏ ਕਿ ਇਹਨਾਂ ਨੇ ਲਾਲ ਕਿਲ੍ਹੇ ਤੇ ਇਹੋ ਜਿਹੀ ਘਟਨਾ ਕਾਹਤੋਂ ਕੀਤੀ ਹੈ। ਸੋ ਉਹਨੇ ਬੜੇ 14-15 ਮਿੰਟ ਦੇ ਵੀਡੀਓ 'ਚ ਬੜੇ ਬਖੂਬੀ ਤਰੀਕੇ ਨਾਲ ਦੱਸਿਆ ਕਿ ਕਿਵੇਂ ਬੀਜੇਪੀ ਦੇ ਜਿਹੜੇ ਗੁੰਡੇ ਨੇ ਉੱਥੇ ਜਾ ਕੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੰਦੇ ਨੇ, ਆਮ ਲੋਕਾਂ ਨੂੰ ਮਾਰਦੇ ਨੇ। ਜਿਸ ਤੋਂ ਬਾਅਦ ਅਸੀਂ ਕਾਫੀ ਸਾਰੀ ਵੀਡੀਓਜ਼ ਵਾਇਰਲ ਦੇਖੀਆਂ, ਫੋਟੋਜ਼ ਦੇਖੀਆਂ, ਜਿਸ ਸਾਡੇ ਕਿਸਾਨਾਂ ਨੂੰ, ਸਿੱਖਾਂ ਨੂੰ, ਹੋਰਾਂ ਕਾਫੀ ਲੋਕਾਂ ਨੂੰ ਬੜੇ ਬੁਰੀ ਤਰੀਕੇ ਨਾਲ ਕੁੱਟਿਆ ਜਾਂਦਾ ਹੈ, ਮੂੰਹ ਦੇ ਉੱਪਰ ਬੂਟ ਰੱਖਿਆ ਜਾਂਦਾ ਹੈ, ਵਾਲ ਖੋਲ ਦਿੱਤੇ ਜਾਂਦੇ ਨੇ, ਫਿਰ ਲਹੂ ਲੁਹਾਨ ਕਰ ਦਿੱਤਾ ਜਾਂਦਾ ਹੈ। ਸੋ ਉਹ ਸਾਰਾ ਕਾਰਨ ਕਿਹਨਾਂ ਕਰਕੇ, ਕਿਉਂਕਿ ਉਹ ਜਿਹੜੇ ਗੁੰਡੇ ਨੇ ਜਿਨ੍ਹਾਂ ਨੂੰ ਪੁਲਿਸ ਨੇ ਇਜਾਜ਼ਤ ਦਿੱਤੀ ਅੱਗੇ ਜਾਣ ਦੀ, ਜਦ ਕਿ ਉੱਥੇ ਪਾਣੀ ਤੱਕ ਨਹੀਂ ਪਹੁੰਚਾਉਣ ਦਿੱਤਾ ਜਾ ਰਿਹਾ, ਉੱਥੇ ਰਾਸ਼ਨ ਤੱਕ ਨਹੀਂ ਇੱਥੇ ਜਾਇਆ ਜਾ ਰਿਹਾ, ਉੱਥੇ 200-250 ਬੰਦਾ ਕਿਵੇਂ ਪਹੁੰਚ ਜਾਂਦਾ ਹੈ, ਇੱਕ ਸਵਾਲੀਆ ਨਿਸ਼ਾਨ ਹੈ ਜੋ ਕਿ ਮੋਦੀ ਸਰਕਾਰ ਤੋਂ ਜਾਂ ਫਿਰ ਦਿੱਲੀ ਪੁਲਿਸ ਤੋਂ ਪੁੱਛਣਾ ਬੰਦਾ ਹੈ। ਸੋ ਆ ਉਹਨਾਂ ਦੀ ਨੀਤਾਂ ਸਾਫ਼ ਝਲਕਦੀਆਂ। ਦੁਬਾਰਾ ਗੱਲ ਕਰਦੇ ਹਾਂ ਮਨਦੀਪ ਪੁੰਨੀਆ ਹੋਣਾ ਦੀ, ਜਿਹਨਾਂ ਨੇ ਬਖੂਬੀ ਚੰਗੇ ਤਰੀਕੇ ਨਾਲ ਸਮਝਾਇਆ, ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਪੂਰੀ ਤਰ੍ਹਾਂ ਪਾਈ, ਐਂਡ ਈਵਨ ਉਹਨਾਂ ਨੇ ਬੰਦਿਆਂ ਦੇ ਉੱਪਰ ਸਰਕਲ ਲਗਾ ਕੇ ਦੱਸਿਆ ਵੀ ਕਿ ਹਾਂ ਵੀ ਆਹ ਬੰਦੇ ਆ ਨੇ ਜਿਹੜੇ ਅਮਿਤ ਸ਼ਾਹ ਦੇ ਨਾਲ ਘੁੰਮ ਰਹੇ ਨੇ ਜਾਂ ਕਿਤੇ ਹੋਰ ਕਿਸੇ ਬੀਜੇਪੀ ਲੀਡਰਾਂ ਦੇ ਨਾਲ ਘੁੰਮ ਰਹੇ ਨੇ, ਤੇ ਉਹੀ ਬੰਦੇ ਉੱਥੇ ਇਸ ਅੰਦੋਲਨ ਦੇ ਵਿੱਚ ਜਦੋਂ ਪਥਰਾਵ ਕਰ ਰਹੇ ਸੀਗੇ। ਉਹਨਾਂ ਨੇ ਬਿਲਕੁਲ ਦੱਸਿਆ ਕਿ ਉਹਨਾਂ ਦੀ ਫੇਸਬੁੱਕ ਆਈਡੀਆਂ ਵੀ ਦੱਸੀਆਂ ਕਿ ਆਹ ਬੰਦੇ ਆਹ ਸੋਚਣੀ ਰੱਖਦੇ ਨੇ। ਸੋ ਉਹਨਾਂ ਨੂੰ ਪੁਲਿਸ ਚੱਕ ਕੇ ਲੈ ਜਾਂਦੀ ਹੈ, ਉਹਨਾਂ ਦੇ ਖਿਲਾਫ ਕਾਫੀ ਸਾਰੀ ਧਾਰਾਵਾਂ ਲਗਾ ਦਿੰਦੀ ਹੈ ਕਿ ਆਹ ਜਿਹੜਾ ਇਨਸਾਨ ਹੈ ਇਹ 26 ਜਨਵਰੀ ਦੀ ਘਟਨਾ ਦੇ ਵਿੱਚ ਕਾਫੀ ਵੱਡਾ ਇਹਨਾਂ ਨੇ ਅਹਿਮ ਰੋਲ ਅਦਾ ਕੀਤਾ ਹੈ। ਇਸ ਤੋਂ ਇਲਾਵਾ ਪੁਲਿਸ ਦੇ ਕੰਮਾਂ ਵਿੱਚ ਇਹਨਾਂ ਨੇ ਰੋਕ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਹੋਰ ਵੀ ਕਾਫੀ ਸਾਰੀਆਂ ਜਿਹੜੀਆਂ ਧਾਰਾਵਾਂ ਨੇ ਖਹਿਰਾ ਸਾਹਿਬ ਉਹਨਾਂ ਪਰ ਲਗਾ ਦਿੱਤੀਆਂ ਜਾਂਦੀਆਂ ਨੇ। ਸੋ ਇੱਕ ਜਰਨਲਿਸਟ ਦੇ ਉੱਪਰ ਇਹੋ ਜਿਹੀਆਂ ਧਾਰਾਵਾਂ ਲਗਾਉਣੀਆਂ ਕਿੰਨੀਆਂ ਕਿ ਮੈਂ ਕਹਿੰਦਾ ਸਹੀ ਗੱਲ ਹੈ। ਸੇਮ ਟਾਈਮ ਤੇ ਇੱਕ ਉਹ ਬੰਦਾ ਜਿਹੜਾ ਤੁਹਾਡਾ ਬੜਾ ਵੱਡਾ ਚੈਨਲ ਚਲਾ ਰਿਹਾ, ਮੈਂ ਕਹਿੰਦਾ ਸਰਕਾਰ ਦਾ ਹੀ ਚੈਨਲ ਚਲਾ ਰਿਹਾ ਵਾ, ਆਰ ਭਾਰਤ, ਮਿਸਟਰ ਅਰਨਬ ਗੋਸਵਾਮੀ, ਉਹਨਾਂ ਦੇ ਉੱਪਰ ਤਾਂ ਇੱਕ ਸੁਸਾਈਡ ਕਰਨ ਦੇ, ਇੱਕ ਉਕਸਾਣ ਦਾ ਇੱਕ ਐਡਾ ਵੱਡਾ ਚਾਰਜ ਲਗਾ ਦਿੱਤਾ ਜਾਂਦਾ ਹੈ। ਜਿੱਥੇ ਸੁਪਰੀਮ ਕੋਰਟ ਅਚਾਨਕ ਹੀ ਪ੍ਰਗਟ ਹੋ ਜਾਂਦਾ, ਜਿੱਥੇ ਤੇ ਕੇਸ ਸਾਲੋ ਸਾਲ ਪਏ ਰਹਿੰਦੇ ਨੇ, ਉਹ ਕਿਵੇਂ ਫਾਸਟ ਟਰੈਕ ਕਰਕੇ ਉਸ ਕੇਸ ਦੀ ਸੁਣਵਾਈ ਕੀਤੀ ਜਾਂਦੀ ਹੈ। ਜਦ ਕਿ ਇਹਨਾਂ ਦੀ ਜਦੋਂ ਸੁਣਵਾਈ ਹੁੰਦੀ ਹੈ ਕਿ ਹਾਂ ਵੀ ਇਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਤੁਹਾਨੂੰ ਜਦੋਂ ਬੇਲ ਅਪੀਲ ਕਰਦੇ ਨੇ ਕਿ ਸਾਨੂੰ ਬੇਲ ਦਿੱਤੀ ਜਾਵੇ, ਤੇ ਉਹਨਾਂ ਦੀ ਬੇਲ ਰਿਜੈਕਟ ਕਰ ਦਿੱਤੀ ਜਾਂਦੀ ਹੈ ਤੇ 14 ਦਿਨ ਦੇ ਲਈ ਉਹਨਾਂ ਨੂੰ ਪੁਲਿਸ ਦੀ ਕਸਟਡੀ ਵਿੱਚ ਭੇਜਿਆ ਜਾਂਦਾ। ਸੋ ਇੱਥੇ ਨੀਤ ਸਾਫ਼ ਖਹਿਰਾ ਸਾਹਿਬ ਲੱਭਦੀ ਹੈ ਕਿ ਇੱਕ ਬੰਦਾ ਜਿਹਦੇ ਉੱਪਰ ਐਡੇ ਸੰਗੀਨ ਜੁਰਮ ਹੋਣ ਤੇ ਇੱਕ ਬੰਦਾ ਜਿਹੜਾ ਸਿਰਫ ਆਪਣੀ ਰਿਪੋਰਟਿੰਗ ਕਰ ਰਿਹਾ, ਜਿਹੜਾ ਸੱਚ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ, ਤੁਸੀਂ ਉਹਨਾਂ ਖਿਲਾਫ ਤੁਸੀਂ ਕੀ ਆਪਣਾ ਵਰਤਈਆ ਵਰਤ ਰਹੇ ਹੋ ਤੇ ਉਹਦੇ ਖਿਲਾਫ ਕੀ ਕਰ ਰਹੇ ਹੋ। ਸੋ ਜਿਹੜੀ ਸਾਡੇ ਦੋਸਤ ਨੇ, ਦਰਸ਼ਕ ਨੇ, ਉਹ ਬਖੂਬੀ ਸਮਝ ਰਹੇ ਨੇ ਕਿ ਸਰਕਾਰ ਦੀਆਂ ਨੀਤੀਆਂ ਕਿੰਨੀਆਂ ਹੱਦ ਤੱਕ ਗਿਰ ਚੁੱਕੀਆਂ ਨੇ। ਉਹ ਜੀ ਇੱਕ ਦੋ ਲਾਈਨਾਂ ਤੁਸੀਂ ਸੁਣੀਆਂ ਹੋਣੀਆਂ, ਕਹਿੰਦੇ ਹੋਣੇ, ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਠ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ। ਸੂਰਾ ਉਹੀ ਹੈ ਜਿਹੜਾ ਦੀਨ ਦੇ ਵਿੱਚ ਰਹਿ ਕੇ ਲੜਦਾ ਹੈ ਤੇ ਆਪਣੇ, ਜਦੋਂ ਕਹਿੰਦੇ ਹੁੰਦੇ ਨੇ ਭਾਜੜ ਪੈ ਜਾਵੇ ਤੇ ਉਹ ਖੇਤ ਨਾ ਛੱਡ ਦੇਵੇ, ਜੱਗ ਦਾ ਮੈਦਾਨ ਨਾ ਛੱਡ ਦੇਵੇ। ਕੱਲ ਮੈਂ ਵੀਡੀਓ ਦੇਖ ਰਿਹਾ ਸੀਗਾ ਤੇ ਮਨਦੀਪ ਪੁੰਨੀਆ ਹੁਣਾਂ ਨੂੰ ਗੱਡੀ 'ਚ ਬਿਠਾਇਆ ਹੋਇਆ ਤੇ ਇੱਕ ਵੀ ਉਹਨਾਂ ਦੇ ਚਿਹਰੇ ਤੇ ਸ਼ਿਕਨ ਨਹੀਂ ਸੀਗੀ, ਥੋੜੇ ਆਰਾਮ ਦੇ ਨਾਲ ਹੱਸ ਰਹੇ ਨੇ। ਉਹਨਾਂ ਨੂੰ ਪਤਾ ਹੈ ਸਰਕਾਰਾਂ ਇਹੀ ਕਰਦੀਆਂ ਨੇ। ਹੁਣ ਦੂਸਰੇ ਬੰਨੇ ਜੇ ਮੈਂ ਰਕੇਸ਼ ਟਕੈਤ ਦੀ ਗੱਲ ਕਰਾਂ ਤੇ ਇਹ ਲਾਈਨਾਂ ਉਹਨਾਂ ਦੇ ਉੱਤੇ ਵੀ ਟੁੱਕਦੀਆਂ ਨੇ। ਫਿਰ ਤੀਸਰੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਜਿਹਦੇ ਤੇ ਬੂਟ ਜਿਹਦੇ ਮੂੰਹ ਤੇ ਰੱਖਿਆ ਜਾਰਜ ਫਲੋਇਡ ਦੇ ਨਾਲ, ਅਸੀਂ ਉਹਦਾ ਕੰਪੇਅਰ ਵੀ ਕਰ ਰਹੇ ਸੀਗੇ, ਉਹ ਜਗਸੀਰ ਹੁਣੀ, ਉਹ ਵੀ ਬਿਲਕੁਲ ਇਹਨਾਂ ਲਾਈਨਾਂ ਦੇ ਉੱਤੇ ਬਖੂਬੀ ਟੁੱਕਦੇ ਨੇ। ਸੋ ਇੱਥੇ ਦੀਨ ਦੀ ਗੱਲ ਹੈ, ਦੀਨ ਦੇ ਹੇਠ ਰਹਿ ਕੇ ਲੜਨਾ ਬਹੁਤ ਔਖਾ ਆ। ਹੁਣ ਜੇ ਅਸੀਂ ਕਹੀਏ ਕਿ ਸਾਡੇ ਉਹਨੇ 4 ਮਾਰ ਦਿੱਤੀਆਂ ਤੇ ਅਸੀਂ ਉਹਨੂੰ 5 ਮਾਰਨੀਆਂ, ਹੁਣ ਇਸ ਟਾਈਮ ਦੀਨ ਜਿਹੜਾ ਜਥੇਬੰਦੀਆਂ ਨੇ ਬਣਾਇਆ ਹੋਇਆ, ਉਹ ਇਹ ਦੀਨ ਇਹ ਕਹਿੰਦਾ ਆ ਕਿ ਇਹ ਜੋ ਮਰਜ਼ੀ ਕਰ ਲੈਣ, ਜਿਸ ਤਰੀਕੇ ਦੀਆਂ ਤੁੱਚੀਆਂ ਹਰਕਤਾਂ ਇਹਨਾਂ ਨੇ ਕਰਨੀਆਂ ਕਰ ਲੈਣ, ਅਸੀਂ ਜਿੱਤ ਕੇ ਹੀ ਜਾਣਾ ਹੈ। ਜਿੱਤਣ ਦੇ ਲਈ ਸਾਨੂੰ ਜਿਹੜਾ ਹੈ ਸ਼ਾਂਤਮਈ ਰਹਿਣਾ ਬਹੁਤ ਜ਼ਰੂਰੀ ਹੈ। ਕਿੰਨਾ ਚਿਰ ਅਸੀਂ ਸ਼ਾਂਤਮਈ ਰਹਿ ਲਾਂਗੇ? ਹੁਣ ਜਦੋਂ ਤੁਹਾਡੇ ਸਾਹਮਣੇ ਤੁਹਾਡੇ ਜਵਾਕਾਂ ਦੇ ਨਾਲ, ਤੁਹਾਡੀਆਂ ਬੀਬੀਆਂ ਦੇ ਨਾਲ ਕੋਈ ਇਦਾਂ ਦੀ ਮੰਦਭਾਗੀ ਗੱਲ ਕਰੇ ਤਾਂ ਫਿਰ ਤੁਹਾਡਾ ਖੂਨ ਤੇ ਖੌਲ ਜਾਂਦਾ ਹੈ। ਅਸੀਂ ਬਾਰ-ਬਾਰ ਗੱਲ ਕਰ ਰਹੇ ਹਾਂ, ਕੱਲ ਵੀ ਮੈਂ ਗੱਲ ਕਰ ਰਿਹਾ ਸੀ ਕਿ 26 ਜਨਵਰੀ ਦੀ ਗੱਲ ਜਿਹੜੀ ਮਨ ਕੀ ਬਾਤ ਦੇ ਵਿੱਚ ਬੜੀ ਉਠਾਈ। ਉਹਨਾਂ ਨੇ ਕਿਹਾ ਕਿ ਪੂਰਾ ਦੇਸ਼ ਜਿਹੜਾ ਹੈ ਆਹਤ ਹੈ। ਬਈ ਤੁਸੀਂ ਉਦੋਂ ਆਹਤ ਨਹੀਂ ਹੁੰਦੇ ਜਦੋਂ 2 ਮਹੀਨਿਆਂ ਤੋਂ ਵੱਧ ਦੇ ਲੋਕ ਨੇ ਉਹ ਬਾਰਡਰਾਂ ਤੇ ਬਹਿ ਰਹੇ ਨੇ,
ਉੱਥੇ ਅੰਨ ਪਕਾ ਰਹੇ ਨੇ ਜਿੱਥੇ ਕੋਈ ਅੰਨ ਪਕਾਉਣ ਬਾਰੇ ਸੋਚ ਹੀ ਨਹੀਂ ਰਿਹਾ ਸੀਗਾ। ਜੀ ਤੁਸੀਂ ਉੱਥੇ ਸੌ ਰਹੇ ਨੇ ਜਿੱਥੇ ਕੋਈ ਸੋਚਣ ਬਾਰੇ ਕਦੇ ਸੋਚਦਾ ਹੀ ਨਹੀਂ ਹੈ, ਇਹਨੇ ਜੱਖ ਠੰਡੀਆਂ ਰਾਤਾਂ ਦੇ ਵਿੱਚ। ਸੋ ਤੁਸੀਂ ਉਦੋਂ ਤੁਹਾਨੂੰ ਆਹਤ ਨਹੀਂ ਹੁੰਦਾ ਹੈਗਾ। ਮੰਨਿਆ ਕਿ ਜੋ ਹੋਇਆ ਗਲਤ ਹੋਇਆ, ਬਾਰ-ਬਾਰ ਅਸੀਂ ਕਹਿ ਰਹੇ ਹਾਂ। ਸਿਰਸਾ ਸਾਹਿਬ ਨੇ ਜਿਵੇਂ ਕਿਹਾ ਕਿ ਹੁਣ ਅਸੀਂ ਇਸ ਬਾਰੇ ਨਹੀਂ ਗੱਲ ਕਰਾਂਗੇ, ਜੋ ਹੋ ਗਿਆ ਸੋ ਹੋ ਗਿਆ ਹੈ, ਹੁਣ ਅੱਗੇ ਦੇਖਣਾ ਹੈ। ਹੁਣ ਇੱਕ ਪੋਲੀਟੀਕਲ ਰੋਟੀਆਂ ਸੇਕਣੀਆਂ ਜਿਹੜੀਆਂ ਨੇ ਉਹ ਸ਼ਾਇਦ ਨਾ ਤਾਂ ਅਸੀਂ 84 ਤੇ ਛੱਡੀਆਂ ਇਹਨਾਂ ਨੇ, ਨਾ ਇਹਨਾਂ ਨੇ ਹੁਣ ਜਿਹੜਾ ਸਾਡਾ ਸੰਘਰਸ਼ ਹੈ ਉਹਦੇ ਤੇ ਛੱਡਣੀਆਂ ਨੇ। ਇਹਨਾਂ ਨੂੰ ਸ਼ਾਇਦ ਹਮਦਰਦੀ ਨਹੀਂ ਹੈ, ਹਮਦਰਦੀ ਤੇ ਇਹਨਾਂ ਨੂੰ ਕਿਸੇ ਨੂੰ ਵੀ ਨਹੀਂ ਹੋ ਸਕਦੀ। ਕਿਤੇ ਨਾ ਕਿਤੇ ਜਦੋਂ ਅਸੀਂ ਪੜ੍ਹਦੇ ਹਾਂ ਤੇ ਉਹ ਸਾਨੂੰ ਪਤਾ ਹੈ ਕਿ ਜਿਹੜਾ ਸੰਘ ਹੈ ਉਹ ਕੀ ਚਾਹੁੰਦਾ ਹੈ, ਇਹ ਦੂਸਰੀਆਂ ਪਾਰਟੀਆਂ ਕੀ ਚਾਹੁੰਦੀਆਂ ਨੇ। ਹਰ ਕੋਈ ਇਹੀ ਕਹਿੰਦਾ ਕਿ ਇਹ ਆਪਣੀਆਂ ਪੋਲੀਟੀਕਲ ਰੋਟੀਆਂ ਸੇਕਣ ਆ ਰਹੀਆਂ ਨੇ। ਸੋ ਸੰਘਰਸ਼ ਦੀ ਗੱਲ ਜਿਹੜੀ ਹੈ ਉਹ ਬਹੁਤ ਦੂਰ ਤੱਕ ਹੈ, ਔਰ ਅਸੀਂ ਇੱਦਾਂ ਸ਼ਾਇਦ ਡਟੇ ਰਵਾਂਗੇ ਤਾਂ ਕਿਤੇ ਨਾ ਕਿਤੇ ਸਰਕਾਰਾਂ ਜਿਹੜੀਆਂ ਨੇ ਇਹਨਾਂ ਨੂੰ ਮੁੱਢੜੇ ਮੂੰਹ ਡਿੱਗਣਾ ਪੈਣਾ ਹੀ ਹੈ। ਦੂਸਰੇ ਬੰਨੇ ਤੁਸੀਂ ਗੱਲਬਾਤ ਦੀ ਗੱਲ ਕਰ ਰਹੇ ਸੀ ਕਿ ਗੱਲਬਾਤ ਜਿਹੜੀ ਹੈ ਉਹ ਦੁਬਾਰਾ ਕਰਨ ਦੀ ਉਹਨਾਂ ਨੇ ਗੱਲ ਕੀਤੀ ਹੈ ਮਨ ਕੀ ਬਾਤ ਦੇ ਵਿੱਚ ਵੀ। ਇੱਕ ਹੋਰ ਗੱਲ ਉਹਨਾਂ ਨੇ ਇਸ ਵਿੱਚ ਕੀਤੀ ਆ ਵੀ ਅਸੀਂ ਤਾਂ ਖੁੱਲੇ ਮਨ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ। ਇਹ ਖੁੱਲਾ ਮਨ ਪਤਾ ਲੱਗ ਗਿਆ ਸਾਨੂੰ ਕਿੰਨਾ ਕੁ। ਇਹ ਖੁੱਲਾ ਮਨ ਇਹਨਾਂ ਦਾ ਇੰਨਾ ਕੀ ਆ ਕਿ ਉੱਥੋਂ ਪੱਥਰ ਆਪ ਸਟਾ ਲਓ, 200 ਬੰਦਾ ਵਾੜ ਦਿਓ ਔਰ 200 ਬੰਦੇ ਤੋਂ ਬੰਦਾ ਪਥਰਾ ਕਰੇ, ਨਾਅਰੇ ਲਾਏ, ਫਿਰ ਜਿਹੜੇ ਦਿੱਲੀ ਦੇ ਅੰਦਰ ਲੋਕ ਤੁਹਾਡੇ ਬੀਜੇਪੀ ਕਾਰਜਕਰਤਾ ਆ ਉਹ ਗਾਲਾਂ ਤੱਕ ਸਾਨੂੰ ਕੱਢਣ, ਤੇ ਉਹ ਇੰਨਾ ਕੁ ਤੁਹਾਡਾ ਖੁੱਲਾ ਮਨ ਹੈ। ਔਰ ਦੂਸਰੇ ਬੰਨੇ ਤੁਸੀਂ ਸਾਡੇ ਹੀ ਲੋਕਾਂ ਦੇ ਉੱਤੇ ਪਰਚੇ ਪਾ ਕੇ ਧਾੜ ਉਹਨਾਂ ਨੂੰ ਅੰਦਰ ਸਿੱਟੀ ਜਾਓਗੇ। ਕੱਲ ਕੈਪਟਨ ਅਮਰਿੰਦਰ ਹੁਣਾਂ ਦੀ ਵੀ ਸਰਬ ਪਾਰਟੀ ਬੈਠਕ ਸੀ ਪੰਜਾਬ ਭਵਨ ਦੇ ਵਿੱਚ ਵੀ। ਉਹਨਾਂ ਨੇ ਇੱਕ ਜਦੋਂ ਤੋਂ ਬਾਹਰ ਆਉਂਦੇ ਆ ਤੇ ਇੱਕ ਸਟੇਟਮੈਂਟ ਆਉਂਦੀ ਆ ਵੀ ਗੱਲਬਾਤ ਹੋਊਗੀ, ਪਰ ਉਸ ਤੋਂ ਪਹਿਲਾਂ ਇਹਨਾਂ ਨੂੰ ਮੰਗ ਕਰ ਲੈਣੀ ਚਾਹੀਦੀ ਹੈ, ਉਹਨਾਂ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਉਹ ਲੋਕ ਛੱਡਣ ਜਿਨ੍ਹਾਂ ਦੇ ਉੱਤੇ ਪਰਚੇ ਹੋਏ। ਗੱਲ ਬਿਲਕੁਲ ਸਹੀ ਆ ਕਿ ਜੇ ਤੁਸੀਂ ਗੱਲਬਾਤ ਚਾਹੁੰਦੇ ਹੋ ਤਾਂ ਉਹਨਾਂ ਲੋਕਾਂ ਨੂੰ ਛੱਡੋ ਜਿਨ੍ਹਾਂ ਦੇ ਉੱਤੇ ਤੁਸੀਂ ਪਰਚੇ ਬਣਾ ਰਹੇ ਹੋ। ਫਿਲਹਾਲ ਉਹਨਾਂ ਨੂੰ ਤਾਂ ਛੱਡੋ ਜਿਹੜੇ ਤੁਹਾਡੇ ਸੀਸੀਟੀ ਕੈਮਰੇ ਦੇ ਵਿੱਚ ਨਹੀਂ ਆਏ ਹੋਏ, ਕਿਉਂਕਿ ਜੇ ਜਥੇਬੰਦੀਆਂ ਦੀ ਗੱਲ ਕਰ ਲਈਏ, ਜਿੰਨੇ ਵੀ ਜਥੇਬੰਦੀਆਂ ਨੇ, ਚਾਹੇ ਉਹ 32 ਜਥੇਬੰਦੀਆਂ ਨੇ ਜਾਂ ਸੰਯੁਕਤ ਮੋਰਚੇ ਦੀ ਗੱਲ ਕਰ ਲਈਏ, ਉਸ ਹਿੰਸਾ ਦੇ ਵਿੱਚ ਉਹਨਾਂ ਦੇ ਵਿੱਚੋਂ ਇੱਕ ਬੰਦਾ ਵੀ ਜਿਹੜਾ ਸੀ ਮੌਜੂਦ ਨਹੀਂ ਸੀਗਾ। ਸੋ ਇਹ ਤਰੀਕੇ ਦੀਆਂ ਸਰਕਾਰਾਂ ਦੇ ਪੈਂਤਰੇ ਨੇ। ਦੂਸਰੇ ਬੰਨੇ ਤੁਸੀਂ ਗੱਲਬਾਤ ਦੀ ਗੱਲ ਕਰ ਰਹੇ ਹੋ ਤੇ ਗੱਲਬਾਤ ਜਿਹੜੀ ਹੈ ਰਕੇਸ਼ ਟਕੈਤ ਨੇ ਦੱਸ ਦਿੱਤਾ ਕਿ ਕਿਸੇ ਦਬਾਅ ਦੇ ਵਿੱਚ ਨਹੀਂ ਹੋਏਗੀ। ਅਸੀਂ ਪਹਿਲਾਂ ਵੀ ਉੱਥੇ ਖੜੇ ਸੀਗੇ ਜਿੱਥੇ ਹੁਣ ਅਸੀਂ ਖੜੇ, ਯਾਨੀ ਕਿ ਅਸੀਂ ਪਹਿਲਾਂ ਵੀ ਕਹਿੰਦੇ ਸੀ ਕਿ ਕਾਲੇ ਕਾਨੂੰਨ ਨੂੰ ਰੱਦ ਕਰਨਗੇ ਤਾਂ ਹੀ ਅਸੀਂ ਉੱਠਾਂਗੇ, ਤੇ ਹੁਣ ਵੀ ਅਸੀਂ ਕਹਿੰਦੇ ਹਾਂ ਕਿ ਇਹ ਕਾਲੇ ਕਾਨੂੰਨ ਰੱਦ ਕਰਨਗੇ ਤਾਂ ਹੀ ਉੱਠਾਂਗੇ। ਜਨ ਸਲਾਬ ਆਉਂਦਾ ਹੈ, ਰਾਤੋਂ ਰਾਤ ਪੰਚਾਇਤਾਂ ਹੁੰਦੀਆਂ ਨੇ, ਜੀਂਦ ਟੋਲ ਪਲਾਜ਼ਾ ਬਲੌਕ ਹੁੰਦਾ ਹੈ, ਲੋਕੀ ਦਿੱਲੀ ਵੱਲ ਨੂੰ ਫਿਰ ਕੂਚ ਕਰਨਾ ਸ਼ੁਰੂ ਕਰ ਦਿੰਦੇ ਨੇ। ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਔਰ ਮੈਨੂੰ ਲੱਗਦਾ ਹੈ ਕਿ ਚੜ੍ਹਦੀ ਕਲਾ ਦਾ ਪ੍ਰਤੀਕ ਉਵੇਂ ਤੱਕ ਬਣਿਆ ਰਹੂਗਾ ਜਦੋਂ ਤੱਕ ਅਗਲੀਆਂ ਇਲੈਕਸ਼ਨਸ ਨਹੀਂ ਆ ਸਕਦੀਆਂ ਲੋਕ ਸਭਾ ਦੀਆਂ। ਸੋ ਖੈਰ ਸਾਹਿਬ, ਤੁਸੀਂ ਗੱਲ ਕੀਤੀ ਪ੍ਰਧਾਨ ਮੰਤਰੀ ਮੋਦੀ ਹੋਣਾ ਦੀ, ਤਾਂ ਹਰ ਇੱਕ ਨੂੰ ਪਤਾ ਹੈ ਕਿ ਇਹਨਾਂ ਦੀ ਜਿਹੜੀ ਪਾਰਟੀ ਹੈ ਬੀਜੇਪੀ, ਉਹ ਆਰਐਸਐਸ ਨਾਲ ਚੰਗਾ ਪਿਆਰ ਰੱਖਦੀ ਹੈ। ਐਂਡ ਆਰਐਸਐਸ ਇੱਕ ਸੰਸਥਾ ਕਹਿ ਲਓ, ਇੱਕ ਉਹ ਮੈਂ ਕਹਿੰਦਾ ਪੂਰਾ ਇੱਕ ਸੰਗਠਨ ਕਹਿ ਲਓ ਜਿਹਨਾਂ ਨੇ 52 ਸਾਲ ਆਪਣੇ ਜਿਹੜਾ ਮੇਨ ਹੈੱਡ ਆਫਿਸ ਆ ਉੱਥੇ ਕਦੀ ਤਿਰੰਗਾ ਨਹੀਂ ਚਾੜਿਆ। 52 ਸਾਲਾਂ ਬਾਅਦ ਤਿਰੰਗਾ ਚਾੜਦੇ ਨੇ, ਤੇ ਇਹ ਕਿੰਨੀ ਛੇਤੀ 26 ਜਨਵਰੀ ਲਾਲ ਕਿਲ੍ਹੇ ਵਾਲੀ ਘਟਨਾ ਨੂੰ ਕਿੰਨਾ ਵਧਾ ਚੜਾ ਕੇ ਬੋਲਦੇ ਨੇ ਤਾਂ ਜੋ ਆਮ ਲੋਕਾਂ ਦੇ ਵਿੱਚ ਕਿਸਾਨਾਂ ਦੇ ਪ੍ਰਤੀ ਇੱਕ ਰੋਸ ਪੈਦਾ ਹੋ ਜਾਵੇ, ਜੋ ਜਿੱਥੇ ਉਹ ਸਾਫ਼ ਕਥਿਤ ਤੌਰ ਤੇ ਫੇਲ ਹੋ ਜਾਂਦੇ ਨੇ। ਕਿਉਂਕਿ ਲੋਕਾਂ ਨੂੰ ਪਤਾ ਹੈ ਕਿਸਾਨ ਜਿਹੜਾ ਸ਼ੁਰੂ ਤੋਂ ਹੀ ਅੰਨ ਉਗਾਉਂਦਾ ਰਿਹਾ ਹੈ, ਲੋਕਾਂ ਦਾ ਢਿੱਡ ਭਰਦਾ ਰਿਹਾ, ਜੇਕਰ ਉਹ ਹੁਣ ਆ ਕੇ ਸੜਕਾਂ 'ਤੇ ਬੈਠਾ ਹੈ ਉਹਦੇ ਪਿੱਛੇ ਕੋਈ ਕਾਰਨ ਹੈ। ਠੀਕ ਹੈ, ਸੋ ਇੱਥੇ ਉਸ ਪਾਰਟੀ ਬਾਰੇ, ਉਸ ਮਨ ਕੀ ਬਾਤ ਬਾਰੇ ਅਸੀਂ ਕੀ ਕਹਿਣਾ, ਜਿਹੜੇ ਰੇਡੀਓ ਦੇ ਤਾਂ ਕਹਿੰਦੇ ਨੇ ਕਿ ਅਸੀਂ ਜੀ ਹੁਣ ਡਾਇਲੌਗਸ ਐਕਸਚੇਂਜ ਕਰਦੇ ਹਾਂ, ਦੁਬਾਰਾ 2 ਤਰੀਕ ਨੂੰ ਦੁਬਾਰਾ ਮਿਲਦੇ ਹਾਂ, ਬਟ ਖੈਰਾ ਸਾਹਿਬ ਰਾਤੋਂ ਰਾਤ ਉੱਥੇ ਜੀ ਕੀ ਕੁਝ ਹੋ ਰਿਹਾ ਉਹਦੇ ਬਾਰੇ ਵੀ ਗੱਲ ਕਰਨੀ ਬਹੁਤ ਜ਼ਰੂਰੀ ਹੈ। 2-3 ਦਿਨ ਇਹਨਾਂ ਨੇ ਇੰਟਰਨੈਟ ਬੰਦ ਕਰ ਦਿੱਤਾ ਦਿੱਲੀ, ਗਾਜ਼ੀਪੁਰ, ਸਾਰੀਆਂ ਬਰੂਹਾਂ ਦੇ ਉੱਤੇ, ਤਾਂ ਜੋ ਉੱਥੋਂ ਦੀ ਲੋਕਲ ਰਿਪੋਰਟਿੰਗ ਲੋਕਾਂ ਨੂੰ ਨਾ ਪਤਾ ਚੱਲੇ। ਪਰ ਜਿਹੜੇ ਮੈਂ ਕਹਿੰਦਾ ਜਨੂਨ ਰੱਖਦੇ ਨੇ, ਜਜ਼ਬਾ ਰੱਖਦੇ ਨੇ, ਉਹਨਾਂ ਨੇ ਉਸ ਚੀਜ਼ਾਂ ਦੀ ਵੀਡੀਓ ਬਣਾਈਆਂ, ਵਾਪਸ ਆਪਣੇ ਥਾਵਾਂ ਤੇ ਆ ਕੇ, ਹੋਟਲਾਂ ਤੇ ਆ ਕੇ ਵਾਈਫਾਈ ਯੂਜ਼ ਕਰਕੇ ਉਹ ਚੀਜ਼ਾਂ ਨੈੱਟ ਤੇ ਪਾਈਆਂ। ਹੋ ਕੀ ਰਿਹਾ ਦੋਸਤੋ, ਜਦੋਂ ਅੰਦੋਲਨ ਸ਼ੁਰੂ ਹੋਇਆ ਸੀ ਉਦੋਂ ਆ ਜਿਹੜੇ ਬਸ਼ਰਮੀ ਵਾਲੇ ਕੰਮ ਸੀਗੇ ਉਦੋਂ ਕੀਤੇ ਸੀਗੇ ਹਰਿਆਣਾ ਸਰਕਾਰ ਨੇ ਕਿ ਵੱਡੇ ਬੈਰੀਕੇਡਸ ਲਗਾ ਦਿੱਤੇ, ਕੰਡਿਆਲੀ ਤਾਰ ਵਰਤ ਦਿੱਤੀ ਤਾਂ ਜੋ ਕਿੰਨੇ ਸਾਰੇ ਜਿਹੜੇ ਲੋਕ ਸੀਗੇ ਉਸ ਅੰਦੋਲਨ 'ਚ ਜਾਂ ਫਿਰ ਅੱਗੇ ਦਿੱਲੀ ਵੱਲ ਕੂਚ ਨਾ ਕਰਨ। ਪਰ ਹੁਣ ਜਦੋਂ ਕਾਫੀ ਸਾਰੇ ਜਨ ਸਲਾਬ ਉੱਥੇ ਜਿਹੜਾ ਮੌਜੂਦ ਹੋ ਚੁੱਕਿਆ ਤੇ ਰਕੇਸ਼ ਟਕੈਤ ਤੋਂ ਬਾਅਦ ਜਿਹੜੇ ਹੋਰ ਕਾਫੀ ਸਾਰੇ ਲੋਕੀ ਉੱਥੇ ਆ ਰਹੇ ਨੇ, ਉਹਨਾਂ ਨੂੰ ਰੋਕਣ ਦੇ ਲਈ ਹੁਣ ਦਿੱਲੀ ਸਰਕਾਰ ਸੇਮ ਉਹੀ ਕੁਝ ਕਰ ਰਹੀ ਹੈ ਜੋ ਕਿ ਹਰਿਆਣਾ ਸਰਕਾਰ ਕਰ ਰਹੀ ਸੀਗੀ। ਬਟ ਬਸ਼ਰਮੀ ਦਾ ਜਿਹੜਾ ਲੈਵਲ ਹੈ ਉਹ ਥੋੜਾ ਜਿਹਾ ਵਧਾ ਦਿੱਤਾ ਗਿਆ। ਨੋ ਡਾਊਟ ਵੱਡੇ ਬੈਰੀਕੇਡਸ ਲਗਾਏ ਜਾ ਰਹੇ ਨੇ ਆਲੇ ਦੁਆਲੇ ਪੂਰੇ ਬਾਰਡਰਾਂ ਦੇ ਉੱਪਰ, ਐਂਡ ਜਿਹੜੀ ਕੰਡਿਆਲੀ ਤਾਰ ਹੈ ਉਹ ਦਿੱਲੀ ਦੇ ਵਿੱਚ ਲਗਾਈ ਜਾ ਰਹੀ ਹੈ, ਬਾਰਡਰਾਂ ਦੇ ਉੱਪਰ ਲਗਾਈ ਜਾ ਰਹੀ ਹੈ ਕਿ ਜਿਹੜੇ ਹੋਰ ਲੋਕੀ ਆ ਰਹੇ ਨੇ ਉਹ ਉਧਰ ਨੂੰ ਨਾ ਕੂਚ ਕਰ ਸਕਣ। ਇਸ ਤੋਂ ਇਲਾਵਾ ਖੈਰਾ ਸਾਹਿਬ ਵੱਡੇ ਟੋਏ ਪੁੱਟ ਕੇ ਉੱਥੇ ਪੱਕੇ ਕਿੰਨੇ ਵੱਡੇ ਸੀਮੈਂਟ ਬਜਰੀ ਮਿਕਸ ਕਰਕੇ ਕੰਕਰੀਟ ਵਾਲਾ ਕਰਕੇ ਕੰਮ ਉੱਥੇ ਵੱਡੇ ਬਣਾ ਦਿੱਤੇ ਜਾ ਰਹੇ ਨੇ ਕਿ ਤਾਂ ਜੋ ਭਾਵੇਂ ਵੱਡੇ ਟਰਾਲੀਆਂ ਆ ਜਾਣ, ਟਰੈਕਟਰ ਆ ਜਾਣ, ਕੁਝ ਵੀ ਆ ਜਾਣ, ਉਹਨਾਂ ਨੂੰ ਤੋੜ ਕੇ ਅੱਗੇ ਨਾ ਲੰਘ ਸਕਣ। ਸੋ ਆਹ ਚੀਜ਼ਾਂ ਇਹਨਾਂ ਨੇ ਕੀਤੀਆਂ ਨੇ। 2 ਦਿਨ ਜਦੋਂ ਨੈੱਟ ਬੰਦ ਰਿਹਾ, ਜਦੋਂ ਆਮ ਲੋਕਾਂ ਤੱਕ ਸਿੱਧੀ ਬਿਲਕੁਲ ਡਾਇਰੈਕਟ ਇਨਫੋਰਮੇਸ਼ਨ ਨਹੀਂ ਪਹੁੰਚ ਸਕਦੀ ਸੀਗੀ, ਉਦੋਂ ਇਹਨਾਂ ਨੇ ਆਹ ਕੰਮ ਕੀਤਾ। ਸੋ ਕਹਿਣ ਦਾ ਮਤਲਬ, ਜਿਵੇਂ ਮੈਂ ਪਹਿਲੇ ਹੀ ਕਿਹਾ ਕਿ ਕਿੰਨੇ ਦੋਗਲੇ ਨੇ
ਇੱਕ ਪਾਸੇ ਦਿਲ ਵਿੱਚ ਰਥੂਰਾਮ ਗੋਡਸੇ ਨੂੰ ਰੱਖਦੇ ਨੇ, ਦੂਜੇ ਪਾਸੇ ਮਹਾਤਮਾ ਗਾਂਧੀ ਦੇ ਪੁਤਲੇ ਦੇ ਉੱਪਰ ਜਾ ਕੇ ਉਹਨਾਂ ਦੀ ਫੋਟੋ ਉੱਪਰ ਜਾ ਕੇ ਕਿੱਦਾਂ ਫੁੱਲ ਸਿੱਟਦੇ ਨੇ। ਸੇਮ ਉਹ ਅੱਜ ਦੀ ਗੱਲ ਫੇਰ ਦੁਬਾਰਾ ਗੱਲ ਕਰ ਲਈਏ ਕਿ ਕਿਵੇਂ ਸਾਨੂੰ ਆਪਣੇ ਰੇਡੀਓ ਦੇ ਪ੍ਰੋਗਰਾਮ ਤੇ ਕਹਿੰਦੇ ਨੇ ਕਿ ਅਸੀਂ ਜੀ ਡਾਇਲੋਗ ਐਕਸਚੇਂਜ ਕਰਦੇ ਹਾਂ, ਅਸੀਂ ਦੁਬਾਰਾ ਫੇਰ ਕਿਸਾਨਾਂ ਦੀ ਗੱਲ ਕਰਨੀ ਚਾਹੁੰਦੇ ਹਾਂ, ਪਰ ਉੱਥੇ ਹੀ ਕਿਸਾਨਾਂ ਨੂੰ ਉਹਨਾਂ ਦੇ ਹੀ ਅੰਦੋਲਨ ਦੇ ਵਿੱਚ ਸ਼ਾਮਿਲ ਹੋਣ ਤੋਂ ਕਿਵੇਂ ਰੋਕ ਰਹੀ ਹੈ। ਸੋ ਬੀਜੇਪੀ ਸਰਕਾਰ ਜਿਹੜੀ ਮੋਦੀ ਸਰਕਾਰ ਕਿੰਨੀ ਕੁ ਦੋਗਲੀ ਹੋ ਸਕਦੀ ਹੈ, ਕਿੰਨੀ ਕੁ ਬੇਸ਼ਰਮ ਹੋ ਸਕਦੀ ਹੈ, ਇਸ ਦੀ ਕਿੰਨੇ ਐਗਜ਼ਾਮਪਲ ਸਾਡੇ ਕੋਲ ਹੈਗੀਆਂ ਨੇ। ਅਸੀਂ ਹਰ ਇੱਕ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੋਸਤੋ ਦੱਸਦੇ ਵੀ ਆ, ਤੇ ਗੱਲਾਂ ਆਪਣੇ ਦੋਸਤਾਂ ਨਾਲ ਜ਼ਰੂਰ ਸਾਂਝੀ ਕਰਿਆ ਕਰੋ ਜਿਹੜੇ ਕਿ ਬੜੇ ਨਾ ਹਜੇ ਵੀ ਤੁਹਾਡੇ ਕਾਫੀ ਰਾਈਟ ਵਿੰਗ ਵਾਲੇ ਨੇ ਜਾਂ ਫਿਰ ਪੂਰੇ ਪ੍ਰੋ ਗਵਰਨਮੈਂਟ ਨੇ, ਜੋ ਸੋਚਦੇ ਨੇ ਕਿ ਮੋਦੀ ਜੋ ਕਰ ਰਿਹਾ ਠੀਕ ਕਰ ਰਿਹਾ, ਜਿਹਨਾਂ ਨੂੰ ਝੰਡੇ ਦੀ ਪੀੜ ਬੜੀ ਜ਼ਿਆਦਾ ਪਈ ਹੈ। ਨੋ ਡਾਊਟ ਅਸੀਂ ਵੀ ਉਸ ਚੀਜ਼ ਨੂੰ ਮੰਦਭਾਗਾ ਕਹਿੰਦੇ ਆ ਕਿ ਉਹ ਚੀਜ਼ ਵਿੱਚ ਧਾਰਮਿਕ ਰੰਗ ਲੈ ਕੇ ਆਉਣ ਦੀ ਲੋੜ ਨਹੀਂ ਸੀ। ਪਰ ਦੋਸਤੋ ਇੱਥੇ ਇਹ ਵੀ ਗੱਲ ਕਹਿਣਾ ਚਾਹੁੰਦੇ ਅਸੀਂ ਕਿ ਬਹੁਤ ਹੋ ਚੁੱਕਿਆ, ਹੁਣ ਸਾਨੂੰ ਬਹੁਤਾ ਕੋਈ ਨਿਰਾਸ਼, ਬਹੁਤਾ ਕੋਈ ਸੈਂਟੀਮੈਂਟ ਹੋਣ ਦੀ ਲੋੜ ਨਹੀਂ ਹੈ ਕਿ ਉਸ ਦਿਨ ਵਾਕਈ ਬਹੁਤ ਕੁਝ ਹੋਇਆ, ਕਿਉਂਕਿ 65 ਦਿਨਾਂ ਤੋਂ ਅਸੀਂ ਸਬਰ ਸੰਤੋਖ ਨਾਲ ਉੱਥੇ ਬੈਠੇ ਹਾਂ। ਜੇ ਥੋੜੀ ਮੋਟੀ ਗੱਲਬਾਤ ਹੋ ਵੀ ਗਈ ਆ ਤਾਂ ਕੋਈ ਗੱਲ ਨਹੀਂ, ਅਸੀਂ ਦੁਬਾਰਾ ਜਿਹੜਾ ਆਪਣਾ ਅੰਦੋਲਨ ਦੁਬਾਰਾ ਖੜਾ ਕਰ ਚੁੱਕੇ ਹਾਂ, ਪੂਰਾ ਚੰਗੀ ਤਰ੍ਹਾਂ ਅਸੀਂ ਬਿਲਕੁਲ ਤਿਆਰ ਤੇ ਬੈਠੇ ਹੋਏ ਹਾਂ, ਤੇ ਜਜ਼ਬਾ ਹੋਰ ਜ਼ਿਆਦਾ ਹੈ, ਜੋਸ਼ ਹੋਰ ਜ਼ਿਆਦਾ ਹੈ, ਤੇ ਨਤੀਜਾ ਕੋਈ ਵੀ ਆਵੇ ਪਰ ਜਿਹੜੀ ਲਹਿਰ ਹੈ ਨਾ, ਜਿਸ ਤਾਂ ਨੂੰ ਜਾਰੀ ਖੈਰ ਸਾਹਿਬ ਇੱਦਾਂ ਹੀ ਚੱਲਦੀ ਜਾਣੀ ਚਾਹੀਦੀ ਹੈ। ਵਾਕਈ ਜੋ ਤੁਸੀਂ ਕਹਿੰਦੇ ਹੋ ਕਿ ਲਹਿਰ ਤਾਂ ਨੂੰ ਚਲਦੀ ਰਹਿਣੀ ਚਾਹੀਦੀ ਹੈ, ਤੇ ਫਿਰ ਐਸਜੀਪੀਸੀ ਵਾਲਿਆਂ ਹੁਣ ਦੀ ਵੀ ਤੁਹਾਨੂੰ ਇੱਕ ਸਟੇਟਮੈਂਟ ਯਾਦ ਰੱਖ ਲੈਣੀ ਚਾਹੀਦੀ ਹੈ। ਸਟੇਟਮੈਂਟ ਆਉਂਦੀ ਆ ਕਿ ਜੇ ਸਰਕਾਰ ਇੱਕ ਕਦਮ ਚੱਲ ਗਈ ਤੇ ਹੁਣ ਇਹਨਾਂ ਨੂੰ ਵੀ ਇੱਕ ਕਦਮ ਚੱਲ ਲੈਣਾ ਚਾਹੀਦਾ। ਜੇ ਕਹਿੰਦੇ ਜੀ ਸਰਕਾਰ ਇੱਕ ਕਦਮ ਪਿੱਛੇ ਹਟਦੀ ਆ ਤਾਂ ਤੁਸੀਂ ਵੀ ਇੱਕ ਕਦਮ ਪਿੱਛੇ ਹਟ ਜਾਓ। ਫਿਰ ਕਿਸੇ ਨਾ ਕਿਸੇ ਆਗੂ ਨੇ ਕਿਹਾ ਵੀ ਕਹਿੰਦੇ ਜੀ ਸਾਨੂੰ ਤੇ ਇਹ ਲੱਗਦਾ ਹੈ ਕਿ ਜਿਵੇਂ ਆਰਐਸਐਸ ਸ਼ਾਖਾ ਹੈ ਬੀਜੇਪੀ ਦੀ, ਉੱਦਾਂ ਹੀ ਕਿਤੇ ਨਾ ਕਿਤੇ ਇਹ ਵੀ ਪੋਲੀਟੀਕਲ ਮੋਟੀਵੇਟਡ ਆ, ਇਹ ਵੀ ਕਿਸੇ ਨਾ ਕਿਸੇ ਪੋਲੀਟੀਕਲ ਵਾਲੇ ਬੰਦੇ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਇਹ ਬਿਆਨ ਦਿੱਤਾ ਹੈ। ਸੋ ਮੈਨੂੰ ਲੱਗਦਾ ਹੈ ਕਿ ਜਿੱਥੇ ਤੁਸੀਂ ਗੱਲ ਕਹਿ ਰਹੇ ਹੋ ਤੁਹਾਡੀ ਅੱਗੇ ਬਹੁਤ ਜਖਣਾ ਪੱਟ ਹੋ ਗਈ ਹੈ, ਤੁਹਾਨੂੰ ਹੋਰ ਨਹੀਂ ਕੁਝ ਕਰਨਾ ਚਾਹੀਦਾ, ਬਲਕਿ ਤੁਹਾਨੂੰ ਆਪਣੇ ਲੋਕਾਂ ਨੂੰ ਇਹ ਸਮਝਾਉਣ ਦੀ ਕਿ ਤੁਸੀਂ ਸ਼ਾਂਤਮਈ ਰਹੋ, ਡਟੇ ਰਹੋ, ਔਰ ਉਦੋਂ ਤੱਕ ਨਾ ਉੱਠੋ ਜਦੋਂ ਤੱਕ ਤੁਹਾਡੇ ਹੱਕ ਸੱਚ ਤੁਹਾਨੂੰ ਨਹੀਂ ਮਿਲ ਜਾਂਦੇ ਜੀ। ਇਹ ਗੱਲ ਕਹਿਣੀ ਇੱਕ ਤਰੀਕੇ ਦੇ ਨਾਲ ਮੰਦਭਾਗੀ ਆ। ਸੋ ਮੈਨੂੰ ਲੱਗਦਾ ਹੈ ਕਿ ਵੈਸੇ ਦੂਸਰੇ ਬੰਨੇ ਇਹ ਵੀ ਗੱਲ ਆ ਕਿ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਊਗੀ। ਮੈਂ ਗੱਲ ਕਰ ਰਿਹਾ ਮੋਦੀ ਸਰਕਾਰ ਦੀ ਕਿ ਕਦ ਤੱਕ ਨਹੀਂ ਮੰਨੂਗੀ। ਜਿਹੜੇ ਅੜੇ ਆ ਸੋ ਡਟੇ ਆ, ਸਿਰੜੇ ਆ, ਕਰੜੇ ਆ, ਉਹਨਾਂ ਨੇ ਉੱਠ ਕੇ ਨਹੀਂ ਆਉਣਾ। ਹੁਣ ਇੱਕ ਗੱਲ ਤੇ ਪੱਕੀ ਹੋ ਗਈ ਆ, ਚਾਹੇ ਬੰਕਰ ਬਣਾ ਲੈਣ, ਚਾਹੇ ਕੁਝ ਵੀ ਕਰ ਲੈਣ, ਜਿਹੜੇ ਹੱਕ ਨੇ ਉਹ ਸ਼ਾਇਦ ਮੈਨੂੰ ਲੱਗਦਾ ਕਿ ਇਹਨਾਂ ਨੂੰ ਦੇਣੇ ਹੀ ਪੈਣੇ ਆ। ਉਸ ਤੋਂ ਬਾਅਦ ਇਹਨਾਂ ਦੇ ਕੋਲੇ ਕੋਈ ਹੱਲ ਨਹੀਂ ਹੈਗਾ ਜੀ। ਤਾਂ ਦੋਸਤੋ ਉਮੀਦ ਤਾਂ ਇਹੀ ਕਰਦੇ ਹਾਂ ਕਿ ਜਿਹੜਾ ਜੋਸ਼ ਜਿਵੇਂ ਬਰਕਰਾਰ ਹੈ, ਤੁਸੀਂ ਵੀ ਆਪਣੇ ਥਾਵਾਂ ਤੇ ਬੈਠੇ ਉਹਨਾਂ ਨੂੰ ਸਪੋਰਟ ਜ਼ਰੂਰ ਕਰੋ। ਸੋਸ਼ਲ ਮੀਡੀਆ ਤੁਹਾਡੇ ਹੱਥ ਵਿੱਚ ਹੈ, ਟਵਿੱਟਰ, ਇੰਸਟਾਗ੍ਰਾਮ, ਫੇਸਬੁੱਕ, ਹਰ ਥਾਂ ਤੇ ਵੱਧ ਤੋਂ ਵੱਧ ਪੋਸਟਾਂ ਪਾਓ। ਲੋਕੀ ਜਿਹੜੇ ਹਮਾਇਤ ਕਰਦੇ ਨੇ ਕਿਸਾਨੀ ਬਿੱਲਾਂ ਦੀ ਜਾਂ ਫਿਰ ਮੋਦੀ ਗਵਰਨਮੈਂਟ ਦੀ, ਉਹਨਾਂ ਦੇ ਵੀ ਕੰਨ ਅੱਖ ਸਭ ਕੁਝ ਖੁੱਲ੍ਹ ਜਾਣ ਕਿ ਵਾਕਈ ਜੋ ਹੋ ਰਿਹਾ ਬਹੁਤ ਮਾੜਾ ਹੋ ਰਿਹਾ, ਡੈਮੋਕ੍ਰੇਸੀ ਦੀ ਬੜੀ ਵੱਡੀ ਘਾਣ ਹੈ। ਸੋ ਇਸ ਸਭ ਦੇ ਵਿੱਚ ਸਾਡਾ ਜਿਹੜਾ ਪ੍ਰੋਗਰਾਮ ਹੈ ਸਪੋਰਟ ਕਰਦੇ ਰਹੋ। ਸਾਡਾ ਜਿਹੜਾ YouTube ਚੈਨਲ ਹੈ ਪੰਜਾਬ ਮਿਲ USA TV, ਤੁਸੀਂ ਉਸ ਨੂੰ ਸਬਸਕ੍ਰਾਈਬ ਕਰੋ ਐਂਡ ਆਪਣੇ ਹੋਰਾਂ ਦੋਸਤਾਂ ਦੇ ਨਾਲ ਸਾਂਝਾ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ।